शब्द प्यारियो जन्म मरण की टेक मुख उजल सदा सुखी नानक सिमरत एक धर जियरे एक टेक तूं लहा बिडानी आस नानक नाम ध्याईऐ कारज आवै रास। एक ओंकार सतनाम करता पुरख निरभौ निर्वैर अकाल मूरत अजूनी सैभं गुर प्रसाद। माथे तिलक हाथ माला बाना लोगन राम खिलौना जाना। जो हाँ बौरा तो राम तोरा माथे तिलक हाथ माला बाना लोगन राम खिलौना जाना। जो हाँ बौरा तो राम तोरा लोग मरम क्या जाने मोरा रहा। तोरो न पाती पूजो न देवा राम भगत बिन निफल सेवा। सतगुर पूजो सदा सदा मनावो ऐसी सेव दरगाह सुख पावो। लोग कहे कबीर बौराना कबीर का मर्म राम पहचाना। लोग कहे कबीर बौराना कबीर का मर्म राम पहचाना। परम सन्मान योग धन धन शब्द गुरु श्री गुरु ग्रंथ साहब जी की पावन गोद विच जुड़ बैठी गुरु प्यारी साध संगत जीओ। महीनावारी गुरमत समागम दे विच आप बड़े प्यार नाल हाज़री भर रहे हो। मेरे तो पहला आप जी ने बहुत सत्कारयोग भाई साहब होना दे जत्थे पासों सतगुर की पावन बाणी का कीर्तन श्रवण किया। भगत कबीर जी की रसना तो उचारण किया होया पावन शब्द जिसकी आप विचार सांझी करनी है, जिसका आप सारिਆਂ ने ही बड़े प्यार नाल पाठ टिका विच बैठ के श्रवण किया है। ये पावन शब्द
ਰਾਗ ਭੈਰੋ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ 1158 ਦੇ ਉੱਪਰ ਸੁਭਾਏਮਾਨ ਹੈ। ਭਗਤ ਕਬੀਰ ਜੀ ਦੇ ਇਹਨਾਂ ਅਮੋਲਕ ਬਚਨਾਂ ਦੀ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਸਾਰੀ ਸੰਗਤ ਨੂੰ ਬੜੀ ਨਿਮਰਤਾ ਸਹਿਤ ਬੇਨਤੀ ਹੈ ਕਿ ਆਪਣੇ ਮੋਬਾਈਲ ਫੋਨ ਸਾਇਲੈਂਟ ਮੋਡ 'ਤੇ ਕਰ ਲਓ, ਕਿਉਂਕਿ ਗੁਰੂ ਦੀ ਗੋਦ ਵਿੱਚ ਜਦੋਂ ਮੋਬਾਈਲ ਦੀ ਰਿੰਗ ਵੱਜਦੀ ਹੈ ਤਾਂ ਸਾਡਾ ਸਾਰਿਆਂ ਦਾ ਧਿਆਨ ਉਖੜਦਾ ਹੈ। ਵੈਸੇ ਇਕੱਲੇ ਇਸ ਗੁਰਦੁਆਰਾ ਸਾਹਿਬ ਹੀ ਨਹੀਂ, ਅਸੂਲ ਬਣਾਈਏ ਵੀ ਜਦੋਂ ਵੀ ਅਸੀਂ ਕਿਸੇ ਵੀ ਦੀਵਾਨ ਵਿੱਚ ਜਾਂਦੇ ਹਾਂ, ਗੁਰਦੁਆਰਾ ਸਾਹਿਬ ਜਾਂਦੇ ਹਾਂ, ਆਪਣਾ ਜਦੋਂ ਜੋੜਾ ਉਤਾਰਦੇ ਹਾਂ, ਆਪਣਾ ਜੋੜਾ ਉਤਾਰਨ ਤੋਂ ਪਹਿਲਾਂ ਹੀ ਆਪਣੇ ਮੋਬਾਈਲ ਦੀ ਰਿੰਗ ਬੰਦ ਕਰ ਲੈਣੀ ਚਾਹੀਦੀ ਹੈ, ਕਿਉਂਕਿ ਇੱਥੇ ਸਾਡੇ ਮਨ ਨੇ ਹੀ ਤਾਂ ਸੁਣਨਾ ਹੈ। ਅਤੇ ਜੇ ਮਨ ਦਾ ਹੀ ਟਿਕਾ ਨਾ ਹੋਇਆ ਤਾਂ ਇੱਥੇ ਭਾਵੇਂ ਆਪਾਂ 2-3 ਘੰਟੇ ਜਿੰਨਾ ਮਰਜ਼ੀ ਬੈਠੇ ਰਹੀਏ, ਉਹਦਾ ਲਾਭ ਨਹੀਂ ਹੋਣਾ। ਪ੍ਰਭ ਕੀ ਉਸਤਤ ਕਰੋ ਸੰਤ ਮੀਤ ਸਾਵਧਾਨ ਇਕਾਗਰ ਚੀਤ। ਆਓ ਸਾਧ ਸੰਗਤ ਬੜੇ ਪਿਆਰ ਨਾਲ ਸ਼ਬਦ ਦੀ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਫਤਿਹ ਪ੍ਰਵਾਨ ਕਰੋ ਅਤੇ ਸਾਰੀ ਸੰਗਤ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਚਾਰਾਂ ਦੀ ਆਰੰਭਤਾ ਕਰਨ ਤੋਂ ਪਹਿਲਾਂ ਆਓ ਸਾਧ ਸੰਗਤ ਬੜੇ ਪਿਆਰ ਨਾਲ ਬਾਣੀ ਦੀਆਂ ਤੁਕਾਂ ਦਾ ਪਾਠ ਕਰੀਏ, ਫਿਰ ਸਾਡਾ ਮਨ ਸ਼ਬਦ ਦੀ ਵਿਚਾਰ ਵਾਸਤੇ ਤਿਆਰੀ ਵਿੱਚ ਆਏ। ਰਲ ਮਿਲ ਕੇ ਆਪਾਂ ਸਾਰਿਆਂ ਨੇ ਬਾਣੀ ਦੀਆਂ ਵਿਚਾਰਾਂ ਨੂੰ ਸੁਣਨ ਦਾ ਯਤਨ ਕਰਨਾ ਹੈ, ਸਮਝਣ ਦਾ ਯਤਨ ਕਰਨਾ ਹੈ। ਸਾਰੇ ਜਾਣੇ ਹਾਜ਼ਰੀ ਲਵਾਓ ਜੀ। ਮਾਥੇ ਤਿਲਕ ਹੱਥ ਮਾਲਾ ਬਾਨਾ, ਮਾਥੇ ਤਿਲਕ ਹੱਥ ਮਾਲਾ ਬਾਨਾ, ਸਾਰੇ ਹਾਜ਼ਰੀ ਲਵਾਓ ਜੀ। ਕੋਈ ਰਸਨਾ ਇੱਦਾਂ ਦੀ ਨਾ ਰਹੇ ਜਿਹੜੀ ਬਾਣੀ ਨਾ ਪੜ੍ਹੇ। ਆਪਾਂ ਜੇ ਘਰਾਂ 'ਚੋਂ ਆ ਗਏ ਹਾਂ ਤਾਂ ਸਤਿਗੁਰ ਦੀ ਬਾਣੀ ਪੜ੍ਹਨ ਲੱਗਿਆਂ ਸੰਗਣਾ ਨਹੀਂ ਹੈ, ਸਾਰੇ ਖੁੱਲ੍ਹ ਕੇ ਪੜ੍ਹੋ। ਮਾਥੇ ਤਿਲਕ ਹੱਥ ਮਾਲਾ ਬਾਨਾ, ਮਾਥੇ ਤਿਲਕ ਹੱਥ ਮਾਲਾ ਬਾਨਾ, ਵਾਹ ਵਾਹ। ਲੋਗਨ ਰਾਮ ਖਿਲੌਣਾ ਜਾਨਾ, ਲੋਗਨ ਰਾਮ ਖਿਲੌਣਾ ਜਾਨਾ, ਵਾਹ ਵਾਹ। ਜੋ ਹਾਂ ਬੌਰਾ ਤੋ ਰਾਮ ਤੋਰਾ, ਜੋ ਹਾਂ ਬੌਰਾ ਤੋ ਰਾਮ ਤੋਰਾ, ਲੋਗ ਮਰਮ ਕਿਆ ਜਾਣੈ ਮੋਰਾ, ਲੋਗ ਮਰਮ ਕਿਆ ਜਾਣੈ ਮੋਰਾ, ਵਾਹ ਵਾਹ। ਤੋਰੋ ਨ ਪਾਤੀ ਪੂਜੋ ਨ ਦੇਵਾ, ਤੋਰੋ ਨ ਪਾਤੀ ਪੂਜੋ ਨ ਦੇਵਾ, ਵਾਹ ਵਾਹ। ਰਾਮ ਭਗਤ ਬਿਨ ਨਿਫਲ ਸੇਵਾ, ਰਾਮ ਭਗਤ ਬਿਨ ਨਿਫਲ ਸੇਵਾ, ਸਤਿਗੁਰ ਪੂਜੋ ਸਦਾ ਸਦਾ ਮਨਾਵੋ, ਸਤਿਗੁਰ ਪੂਜੋ ਸਦਾ ਸਦਾ ਮਨਾਵੋ, ਐਸੀ ਸੇਵ ਦਰਗਾਹ ਸੁਖ ਪਾਵੋ, ਐਸੀ ਸੇਵ ਦਰਗਾਹ ਸੁਖ ਪਾਵੋ, ਲੋਗ ਕਹੈ ਕਬੀਰ ਬੌਰਾਨਾ, ਲੋਗ ਕਹੈ ਕਬੀਰ ਬੌਰਾਨਾ, कबीर का मर्म राम पहचाना, कबीर का मर्म राम पहचाना, माथे तिलक हाथ माला बाना, माथे तिलक हाथ माला बाना,
ਆਪਾਂ ਬੜੇ ਪਿਆਰ ਨਾਲ ਸਾਰਿਆਂ ਨੇ ਸ਼ਬਦ ਨੂੰ ਗਾਇਆ। ਕਿੱਡਾ ਵਧੀਆ ਮਾਹੌਲ ਬਣੇ ਜੇ ਘਰਾਂ ਵਿੱਚ ਇੱਦਾਂ ਅਸੀਂ ਰਲ ਕੇ ਬਾਣੀ ਨੂੰ ਗਾਉਣਾ ਵਿਚਾਰਨਾ ਸ਼ੁਰੂ ਕਰ ਦਈਏ। ਤੇ ਜੇ 2-4 ਜੀ ਬਹਿ ਕੇ ਟੀਵੀ ਵੇਖ ਸਕਦੇ ਆ, ਗੱਲਾਂ ਬਾਤਾਂ ਦੁਨਿਆਵੀ ਕਰ ਸਕਦੇ ਆ, ਤਾਂ ਬਾਣੀ ਨੂੰ ਪੜ੍ਹਨਾ ਵਿਚਾਰਨਾ ਵੀ ਅਸੀਂ ਇਕੱਠੇ ਬੈਠ ਕੇ ਆਪਣੇ ਪਰਿਵਾਰਾਂ 'ਚ ਸਿੱਖ ਸਕਦੇ ਹਾਂ। ਹੈਗੇ ਨੇ ਪਰਿਵਾਰ ਸਮਾਜ ਵਿੱਚ, ਚੰਗਿਆਈ ਮੁੱਕਦੀ ਨਹੀਂ ਕਦੀ, ਗਿਣਤੀ ਘੱਟ ਹੋ ਸਕਦੀ ਹੈ ਜਿਨ੍ਹਾਂ ਪਰਿਵਾਰਾਂ ਵਿੱਚ ਨਿਤਨੇਮ ਇਕੱਠੇ ਬੈਠ ਕੇ ਕਰਦੇ ਨੇ। ਵਿਦੇਸ਼ਾਂ ਵਿੱਚ ਵੀ ਮੈਂ ਕਈ ਐਸੇ ਪਰਿਵਾਰ ਵੇਖੇ, ਵਿਦੇਸ਼ਾਂ 'ਚ ਉਹ ਆਪਣਾ ਕੰਮ ਕਾਰ ਕਰਕੇ ਕਹਿੰਦੇ ਆਓ ਆਪਾਂ ਪਹਿਲਾਂ ਰਲ ਕੇ ਸੋਦਾ ਰਹਿਰਾਸ ਦਾ ਪਾਠ ਕਰ ਲਈਏ। ਵਾਰੀਆਂ ਬੰਨੀਆਂ ਨੇ, ਅੱਜ ਪੁੱਤਰ ਅਰਦਾਸ ਕਰੇਗਾ, ਕੱਲ੍ਹ ਨੂੰ ਧੀ ਦੀ ਵਾਰੀ ਹੈ, ਪਰਸੋਂ ਘਰ ਦੇ ਮੁਖੀ ਦੀ ਵਾਰੀ ਹੈ ਵੀ ਉਹਨੇ ਨਿਤਨੇਮ ਤੋਂ ਬਾਅਦ ਅਰਦਾਸ ਕਰਨੀ। ਇਹ ਤਾਂ ਸਿੱਖਿਆ। ਤੁਸੀਂ ਆਪਣੇ ਪਰਿਵਾਰਾਂ ਵਿੱਚ ਕਿੱਦਾਂ ਦੀ ਸਿੱਖਿਆ, ਕਿੱਦਾਂ ਦਾ ਬੀਜ ਬੀਜਣਾ ਚਾਹੁੰਦੇ ਹੋ? ਜੇ ਤਾਸ਼ਾਂ ਇਕੱਠੇ ਬੈਠ ਕੇ ਖੇਡੀਆਂ ਜਾ ਸਕਦੀਆਂ ਨੇ, ਦੁਨਿਆਵੀ ਨਿੰਦਿਆ ਚੁਗਲੀ ਘੰਟਿਆਂ ਬੱਧੀ ਇੱਕ ਦੂਜੇ ਦੀ ਕੀਤੀ ਜਾ ਸਕਦੀ ਹੈ, ਤਾਂ ਗੁਰਮਤਿ ਦੀਆਂ ਵਿਚਾਰਾਂ ਵੀ, ਗੁਰੂ ਦਾ ਉਪਦੇਸ਼ ਵੀ ਇਕੱਠੇ ਬੈਠ ਕੇ ਵਿਚਾਰਿਆ, ਬੋਲੋ ਜੀ, ਜਾ ਸਕਦਾ। ਭਗਤ ਕਬੀਰ ਜੀ ਦਾ ਸ਼ਬਦ ਆਪਾਂ ਪੜ੍ਹਿਆ, 'ਚ ਸ਼ਬਦ ਹੈ ਬੌਰਾ। ਸ਼ਬਦ ਦੀਆਂ ਰਹਾਉ ਵਾਲੀਆਂ ਪੰਕਤੀਆਂ ਨੇ। ਭਗਤ ਕਬੀਰ ਜੀ ਬਹੁਤ ਪਿਆਰਾ ਉਪਦੇਸ਼ ਬਖਸ਼ਿਸ਼ ਕਰਦੇ ਨੇ। ਮਾਥੇ ਤਿਲਕ ਹੱਥ ਮਾਲਾ ਬਾਨਾ, ਲੋਗਨ ਰਾਮ ਖਿਲਾਉਣਾ ਜਾਣਾ। ਕਹਿੰਦੇ ਜੋ ਹੋਂ ਬੌਰਾ, ਇਹ ਰਹਾਉ ਦਾ ਬੰਦ ਹੈ। ਜੋ ਹੋਂ ਬੌਰਾ ਤਉ ਰਾਮ ਤੋਰਾ, ਲੋਗ ਮਰਮ ਕਿਆ ਜਾਣੇ ਮੂਰਾ। ਭਗਤ ਕਬੀਰ ਜੀ ਕਹਿੰਦੇ ਹੇ ਰੱਬ ਜੀ, ਮੈਨੂੰ ਦੁਨੀਆ ਦੇ ਲੋਕ ਬੌਰਾ ਕਹਿੰਦੇ ਨੇ। ਬੌਰਾ ਮੈਨੂੰ ਹੁੰਦਾ ਪਾਗਲ। ਤੇ ਸਮਾਜ ਵਿੱਚ ਤੁਸੀਂ ਵੇਖਿਓ, ਆਪਣੇ ਘਰਾਂ 'ਚ ਵੀ ਕਦੀ ਨੋਟ ਕਰਕੇ ਵੇਖਿਓ, ਸਾਡੇ ਪਰਿਵਾਰ 'ਚ ਕੋਈ ਇੱਕ ਸਿਆਣੀ ਗੱਲ ਕਰੇ, ਸਾਨੂੰ ਉਹ ਗੱਲ ਅਨੁਸਾਰ ਤੁਰਨਾ ਔਖਾ ਹੋਵੇ, ਤੇ ਅਸੀਂ ਸਾਰੇ ਇਕੱਠੇ ਹੋ ਕੇ ਜਿਹੜਾ ਸਿਆਣਾ ਬੰਦਾ ਹੁੰਦਾ ਉਹਨੂੰ ਕੀ ਕਹਿੰਦੇ, ਉਹ ਇਹਨੂੰ ਕੀ ਪਤਾ, ਇਹ ਕਮਲਾ ਹੈ। ਭਾਵੇਂ ਉਹ ਘਰ ਦਾ ਦਾਦਾ ਹੋਵੇ, ਦਾਦੀ ਹੋਵੇ, ਪਿਓ ਹੋਵੇ, ਮਾਂ ਹੋਵੇ, ਵੱਡਾ ਭਰਾ ਹੋਵੇ, ਜਿਹੜਾ ਵੀ ਸਮਾਜ ਵਿੱਚ ਜਿਹੜਾ ਅਸੂਲਾਂ ਦੀ ਗੱਲ ਕਰੇਗਾ, ਬੇਅਸੂਲੇ ਲੋਕ ਇਕੱਠੇ ਹੋ ਕੇ ਉਹਨੂੰ ਕੀ ਪ੍ਰਮਾਣ ਪੱਤਰ ਜਾਰੀ ਕਰਨਗੇ, ਇਹ ਤਾਂ ਪਾਗਲ ਹੈ, ਇਹਦੀ ਕਿਹੜੀ ਗੱਲ ਹੈ। ਜੇ ਨਹੀਂ ਤਾਂ ਸਮਾਜ ਦੇ ਵਿੱਚ ਤੁਹਾਨੂੰ ਸੈਂਕੜੇ ਗਵਾਹੀਆਂ ਮਿਲਣਗੀਆਂ। ਜਦੋਂ ਬੇਅਕਲੇ ਲੋਕਾਂ ਵਿੱਚ ਕੋਈ ਅਕਲ ਦੀ ਗੱਲ ਕਰੇਗਾ ਨਾ, ਬੇਅਕਲੇ ਲੋਕ ਉਹਦਾ ਡਟ ਕੇ, ਬੋਲੋ ਸਾਰੇ, ਵਿਰੋਧ ਕਰਨਗੇ, ਬਗਾਵਤ ਕਰਨਗੇ, ਤਾਂ ਕਿ ਤੇਰੀ ਹਿੰਮਤ ਕਿੱਦਾਂ ਪਈ, ਤੂੰ ਅਕਲ ਦੀ ਗੱਲ ਕੀਤੀ ਹੈ। ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੱਕ ਸਾਡੇ ਸਾਹਮਣੇ ਸੈਂਕੜੇ ਐਗਜ਼ਾਮਪਲਾਂ ਨੇ, ਸੈਂਕੜੇ ਉਦਾਹਰਨਾਂ ਨੇ। ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਅਕਲ ਵੰਡ ਰਹੇ ਨੇ, ਸੂਝ ਬੂਝ ਵੰਡ ਰਹੇ ਨੇ, ਪਰ ਬੇਅਕਲੇ ਲੋਕ ਅਕਲ ਵੰਡਣ ਵਾਲੇ ਨੂੰ, ਸੂਝ ਬੂਝ ਦੇਣ ਵਾਲੇ ਨੂੰ ਤੱਤੀ ਤਵੀ 'ਤੇ ਬਿਠਾ ਰਹੇ ਨੇ, ਦੇਗ ਵਿੱਚ ਉਬਾਲਾ ਦੇ ਰਹੇ ਨੇ। ਜਿਹੜੇ ਸੀਸ ਵਿੱਚੋਂ ਚੰਗੀਆਂ ਵਿਚਾਰਾਂ ਦਾ ਜਨਮ ਹੋ ਰਿਹਾ, ਉਹ ਸੀਸ 'ਤੇ ਤੱਤਾ ਰੇਤਾ ਪੈ ਰਿਹਾ। ਇਸ ਤੋਂ ਵੱਡੀ ਕੋਈ ਐਗਜ਼ਾਮਪਲ ਹੋਏਗੀ? ਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਵਰਗੀ ਸ਼ਖਸੀਅਤ ਸਾਡੀਆਂ ਮਾਨਸਿਕ ਗੁਲਾਮੀਆਂ ਤੋਂ ਸਾਨੂੰ ਬਾਹਰ ਕੱਢਣਾ ਚਾਹੁੰਦੇ ਨੇ, ਤੇ ਆਪਣੇ ਸਾਹਿਬਜ਼ਾਦਿਆਂ ਦਾ ਉਹਨਾਂ ਨੂੰ ਸੰਸਕਾਰ ਕਰਨ ਦਾ ਮੌਕਾ ਵੀ ਆਪਣੇ ਹੱਥੀਂ ਨਹੀਂ ਮਿਲਿਆ। ਤੇ 1704 ਵਿੱਚ ਇੱਕ ਵਾਰ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਿਆ, ਦੁਬਾਰਾ ਆਪਣੇ ਘਰ ਜਾਣ ਦਾ ਮੌਕਾ ਵੀ ਇਤਿਹਾਸ ਗਵਾਹ ਹੈ। 1704 ਵਿੱਚ ਇੱਕ ਵਾਰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਵਰਗੀ ਸ਼ਖਸੀਅਤ ਆਪਣੇ ਪਰਿਵਾਰ ਸਮੇਤ ਅਨੰਦਪੁਰ ਸਾਹਿਬ ਤੋਂ ਨਿਕਲਦੇ ਨੇ। ਪਰਿਵਾਰ ਦੇ ਇੱਕ ਜੀ ਨੂੰ ਵੀ ਦੁਬਾਰਾ ਅਨੰਦਪੁਰ ਸਾਹਿਬ ਆਉਣ ਦਾ ਮੌਕਾ ਨਹੀਂ ਮਿਲਿਆ। ਤੁਸੀਂ ਸੋਚ ਕੇ ਵੇਖੋ, ਤੁਸੀਂ ਘਰ ਬਣਾਇਆ ਹੋਵੇ ਬੜੀਆਂ ਰੀਝਾਂ ਨਾਲ, ਸਾਰੇ ਪਰਿਵਾਰ ਨੂੰ ਇੱਕੇ ਵਾਰ ਘਰ ਛੱਡਣਾ ਪਵੇ ਤੇ ਦੁਬਾਰਾ ਉਸ ਘਰ ਆਉਣ ਦਾ ਮੌਕਾ ਨਾ ਮਿਲੇ, ਦਿਲ 'ਤੇ ਕੀ ਬੀਤੇਗੀ। ਪਰ ਕਾਹਦੇ ਲਈ? ਸਾਡੇ ਲਈ। ਅਸੀਂ ਤੇ ਘਰ ਛੱਡਾਂਗੇ, ਗੁੱਸਾ ਨਾ ਮਨਾਇਓ। ਸਾਡਾ ਪੁੱਤ ਧੀ ਤੇ ਘਰ ਛੱਡੇਗਾ ਆਪਣੇ ਨਿੱਜ ਲਈ। ਪਤਾ ਹੈ ਕਿ ਜੇ ਮੈਂ ਉਹਨੂੰ ਏਅਰਪੋਰਟ ਚੜਾਉਣ ਜਾ ਰਿਹਾ, ਉਹਨੇ 4 ਸਾਲਾਂ ਬਾਅਦ ਪੱਕੇ ਹੋ ਕੇ ਫਿਰ ਦੁਬਾਰਾ ਸਾਨੂੰ ਆਣ ਕੇ ਮਿਲ ਲੈਣਾ ਤੇ ਕੁਝ ਕਮਾਈ ਕਰਨੀ ਹੈ। ਫਿਰ ਵੀ ਵਿਛੋੜਾ ਝੱਲਣਾ ਥੋੜ੍ਹਾ ਜਿਹਾ, ਉੱਚੀ ਬੋਲੋ ਜੀ, ਹੁਣ ਔਖਾ ਹੁੰਦਾ ਕਿ ਨਹੀਂ? ਏਅਰਪੋਰਟ ਚੜਾਉਣ ਜਾਂਦੇ ਨੇ, ਵਾਪਸ ਪਰਿਵਾਰ ਦਾ ਹਾਲ ਕੀ ਹੁੰਦਾ ਉਹ ਪਰਿਵਾਰ ਜਾਣਦਾ। ਅਜੇ ਪਤਾ ਵੀ ਹੈ
ਇਹਨੇ 2-4 ਸਾਲਾਂ ਬਾਅਦ ਸਾਨੂੰ ਫਿਰ ਆਣ ਕੇ ਮਿਲ ਲੈਣਾ। ਪਰ ਇੱਧਰ ਪਤਾ ਵੀ ਹੈ ਵੀ ਜਿਹੜੇ ਸਾਹਿਬਜ਼ਾਦੇ ਜਾ ਰਹੇ ਇਹਨਾਂ ਨੂੰ ਦੁਬਾਰਾ ਮਿਲਣ ਦਾ ਮੌਕਾ ਨਹੀਂ ਮਿਲਣਾ। ਗੱਲ ਸਿਰਫ ਇੰਨੀ ਹੋ ਰਹੀ ਹੈ, ਜਦੋਂ ਤੁਸੀਂ ਬੇਅਕਲੇ ਲੋਕਾਂ ਵਿੱਚ ਅਕਲ ਦੀ ਗੱਲ ਕਰੋਗੇ, ਬੇਅਕਲੇ ਲੋਕ ਇਕੱਠੇ ਹੋ ਕੇ ਤੁਹਾਨੂੰ ਪਾਗਲ ਦਾ ਕਰਾਰ ਦੇਣਗੇ। ਤੇ ਪਾਗਲ ਹੈ, ਤੇ ਬੌਰਾ ਹੈ, ਤੇ ਝੱਲਾ ਹੈ, ਇਹਨੂੰ ਕੀ ਪਤਾ ਹੈ। ਹੁਣ ਭਗਤ ਕਬੀਰ ਜੀ ਕਹਿੰਦੇ ਨੇ, ਲੋਕ ਕਹੇ ਕਬੀਰ ਬੌਰਾਨਾ। ਲੋਕੀ ਕਹਿੰਦੇ ਆ, ਭਗਤ ਕਬੀਰ ਜੀ ਪਾਗਲ ਹੈ ਥੋੜ੍ਹਾ। ਲੋਕ ਕਿਉਂ ਆਉਂਦੇ ਆ? ਕਿਉਂਕਿ ਲੋਕਾਂ ਦੀ ਉਹ ਸੋਚ ਹੈ ਨਹੀਂ ਜਿਹੜੀ ਸੋਚ ਭਗਤ, ਉੱਚੀ ਬੋਲੋ ਜੀ। ਹੁਣ ਮੰਨ ਲਓ ਤੁਹਾਡੇ ਪਰਿਵਾਰ 'ਚ ਕੋਈ ਬੰਦੇ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਦੀ ਸਮਝ ਪੈ ਗਈ, ਉਹ ਤੁਹਾਡੇ ਵਾਂਗੂ ਮਨਮਤਾ ਨਹੀਂ ਕਰਦਾ, ਤੁਹਾਡੇ ਵਾਂਗੂ ਕਰਮਕਾਂਡ ਨਹੀਂ ਕਰਦਾ, ਉਹ ਥਾਂ ਥਾਂ 'ਤੇ ਸਿਰ ਨਹੀਂ ਝੁਕਾਉਂਦਾ, ਉਹ ਥਾਂ ਥਾਂ 'ਤੇ ਆਰਤੀਆਂ ਨਹੀਂ ਕਰਦਾ, ਤੇ ਸਾਡੇ ਲੋਕ ਕੀ ਕਹਿਣਗੇ? ਇਹ ਪਾਗਲ ਹੈ, ਤੇ ਹਰ ਗੱਲ ਨੂੰ ਆਂਦਾ ਇੱਦਾਂ ਹੁੰਦਾ ਹੀ ਨਹੀਂ ਹੈ। ਬਲਕਿ ਉਹ ਗੱਲ ਕੋਲੋਂ ਨਹੀਂ ਕਹਿ ਰਿਹਾ, ਉਹਨੂੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਹੁਣ ਸਮਝ ਪੈ ਗਈ, ਉਹ ਕੋਲੋਂ ਨਹੀਂ ਕਹਿ ਰਹੇ। ਲੋਕ ਕਹੇ, ਇਹ ਤਾਂ ਸ਼ਬਦ ਹੈ, ਲੋਕ ਕਹਿੰਦੇ ਆ ਕਬੀਰ ਬੌਰਾਨਾ। ਹੁਣ ਜਿਹੜੇ ਲੋਕ ਦੇਹਧਾਰੀ ਬਾਬਿਆਂ ਨੂੰ ਮੰਨਦੇ ਆ, ਮੰਨ ਲਓ ਉਹਨਾਂ ਦੇ ਘਰ ਬਾਬਾ ਆਇਆ ਹੋਵੇ, ਤੇ ਕੋਈ ਤੁਹਾਡਾ ਰਿਸ਼ਤੇਦਾਰ ਆਇਆ ਹੋਵੇ, ਤੁਸੀਂ ਜਾ ਕੇ ਉਹਨੂੰ ਮੱਥਾ ਟੇਕੋ, ਪਰ ਤੁਹਾਡੇ ਘਰ ਆਇਆ ਰਿਸ਼ਤੇਦਾਰ ਕਹੇ ਮੈਂ ਤੇ ਫਤਿਹ ਬੁਲਾਵਾਂਗਾ, ਮੈਂ ਕਿਸੇ ਦੇਹਧਾਰੀ ਬਾਬੇ ਅੱਗੇ ਮੱਥਾ, ਤੇ ਸਾਰੇ ਕੀ ਕਹਿਣਗੇ? ਇਹ ਪਾਗਲ ਹੈ। ਇੱਦਾਂ ਕਹਿਣਗੇ ਬਾਬੇ ਸਾਹਮਣੇ, ਇਹ ਪਾਗਲ ਹੈ ਜੀ, ਤੁਹਾਡੀ ਮਹਿਮਾ ਨੂੰ, ਉੱਚੀ ਬੋਲੋ ਭਾਈ, ਤੁਹਾਡੀ ਮਹਿਮਾ ਨੂੰ ਜਾਣਦਾ ਨਹੀਂ। ਪਰ ਉਹਨੂੰ ਪਤਾ ਹੁੰਦਾ ਬਾਬੇ ਨੂੰ ਕਿ ਇਹ ਮੇਰੀ ਮਹਿਮਾ ਚੰਗੀ ਤਰ੍ਹਾਂ ਜਾਣਦਾ, ਜਿਹਨੇ ਸਿਰ ਨਹੀਂ ਝੁਕਾਇਆ। ਉਹਨਾਂ ਨੂੰ ਪਤਾ ਹੁੰਦਾ, ਬਾਬੇ ਨੂੰ ਵੀ ਪਤਾ ਹੁੰਦਾ, ਤੇ ਜਿਹਨੇ ਸਿਰ ਨਹੀਂ ਝੁਕਾਇਆ ਉਹਨੂੰ ਵੀ ਪਤਾ ਹੁੰਦਾ। ਦੋਵਾਂ ਨੂੰ ਇੱਕ ਦੂਜੇ ਬਾਰੇ ਪਤਾ। ਪਰ ਜਿਹੜੇ ਝੁਕਾ ਰਹੇ ਆ ਸਿਰ, ਹੁਣ ਉਹਨਾਂ ਦੀ ਮਤ ਬੁੱਧ ਕੰਮ ਨਹੀਂ ਕਰਦੀ। ਹੁਣ ਭਗਤ ਕਬੀਰ ਜੀ ਕਹਿੰਦੇ, ਲੋਕ ਕਹੇ ਕਬੀਰ ਬੌਰਾਨਾ, ਕਬੀਰ ਕਾ ਮਰਮ। ਮਰਮ ਕਹਿੰਦੇ ਭੇਦ ਨੂੰ, ਕਬੀਰ ਕਾ ਮਰਮ ਰਾਮ ਪਹਿਚਾਨਾ। ਕਬੀਰ ਦਾ ਭੇਦ ਤਾਂ ਰਾਮ ਜਾਣਦਾ, ਇਹਨਾਂ ਨੂੰ ਕੀ ਪਤਾ। ਇਹ ਲੋਕ ਪਾਗਲ ਕਿਉਂ ਆਉਂਦੇ? ਹੁਣ ਸੁਣਿਓ, ਹੁਣ ਪਾਗਲ ਕਿਹੜੀ ਗੱਲੋਂ ਆਖਿਆ? ਕਹਿੰਦੇ ਮਾਥੇ ਤਿਲਕ, ਇਸ ਕਰਕੇ ਵੀ ਲੋਕ ਮੱਥੇ 'ਤੇ ਤਿਲਕ ਲਾਉਂਦੇ। ਮੈਂ ਲੋਕਾਂ ਨੂੰ ਵਿਖਾਵੇ ਤਰ੍ਹਾਂ ਮੱਥੇ 'ਤੇ ਤਿਲਕ ਨਹੀਂ ਲਾਉਂਦਾ। ਇੱਥੇ ਹੁਣ ਭਗਤ ਬਣਨ ਵਾਸਤੇ ਸਮਾਜ 'ਚ ਕੀ ਕੀਤਾ ਜਾਂਦਾ ਸੀ? ਮੱਥੇ 'ਤੇ ਤਿਲਕ ਲਾਇਆ ਜਾਂਦਾ ਸੀ। ਮਾਥੇ ਤਿਲਕ, ਹੱਥ ਮਾਲਾ। ਦੂਜਾ ਸ਼ਬਦ ਕੀ ਹੈ ਜੀ? ਹੱਥ ਵਿੱਚ ਮਾਲਾ। ਹੁਣ ਵੇਖੀ ਜਾਓ ਭਲਾ ਸਿੱਖਾਂ ਵਿੱਚ ਇਹਨਾਂ 'ਚੋਂ ਕਿਹੜੀ ਕਿਹੜੀ ਚੀਜ਼ ਵਰਤੀ ਜਾ ਰਹੀ? ਭਲਾ ਤਿਲਕ ਵੀ ਲਾਉਂਦੇ ਆ, ਲਾਉਂਦੇ ਆ ਕਿ ਨਹੀਂ ਲਾਉਂਦੇ? ਬੋਲ ਕੇ ਦੱਸਿਓ ਜੀ। ਸਾਰੇ ਨਹੀਂ ਲਾਉਂਦੇ, ਪਰ ਕਈਆਂ ਥਾਵਾਂ 'ਤੇ ਮੱਥੇ ਤਿਲਕ ਲਾਉਂਦੇ ਆ ਕਿ ਨਹੀਂ ਲਾਉਂਦੇ? ਬੋਲੋ ਭਾਈ। ਮਾਥੇ ਤਿਲਕ, ਹੱਥ ਮਾਲਾ, ਹੱਥ ਵਿੱਚ ਫੜੀ ਹੋਈ ਮਾਲਾ। ਤੀਜਾ ਸ਼ਬਦ ਕੀ ਹੈ? ਬਾਨਾ। ਬਾਨਾ ਦਾ ਅਰਥ ਹੁੰਦਾ ਵਰਦੀ। ਮਾਥੇ ਤਿਲਕ, ਹੱਥ ਮਾਲਾ, ਬਾਨਾ। ਬਾਨਾ ਮੀਨਿੰਗ ਬਾਣਾ। ਅੱਛਾ, ਇਹ ਤਿੰਨੇ ਚੀਜ਼ਾਂ ਪਤਾ ਨਾ ਕਿਉਂ ਵਰਤੀਆਂ? ਕਿਉਂਕਿ ਤਿੰਨੇ ਬਾਹਰੋਂ ਦਿਸਦੀਆਂ। ਮੱਥੇ ਦਾ ਤਿਲਕ ਵੀ ਬਾਹਰੋਂ ਦਿਸਣਾ, ਹੱਥ ਵਿੱਚ ਫੜੀ ਮਾਲਾ ਵੀ ਦਿਸਣੀ ਹੈ, ਤੇ ਬੰਦੇ ਨੇ ਵਰਦੀ ਪਾਈ ਹੋਵੇ ਤੇ ਉਹ ਵੀ ਬਾਹਰੋਂ ਦਿਸਦੀ ਹੈ। ਤੇ ਤਿੰਨੇ ਵਰਦੀਆਂ, ਤਿੰਨੇ ਚੀਜ਼ਾਂ ਪਾਈਆਂ ਹੋਣ, ਤੇ ਸਾਡਾ ਸਮਾਜ ਕੀ ਆਂਦਾ? ਇਹ ਭਗਤ ਹੈ। ਕੀ ਆਂਦੇ ਨੇ ਜੀ? ਭਗਤ ਹੈ। ਅੱਛਾ, ਤਿੰਨੇ ਚੀਜ਼ਾਂ ਬਾਹਰੋਂ ਵੇਖ ਕੇ ਲੋਕ ਤੇ ਕਹਿ ਸਕਦੇ ਭਗਤ ਆ, ਦੁਨੀਆ ਤੇ ਪ੍ਰਭਾਵਿਤ ਹੋ ਸਕਦੀ ਆ, ਪਰ ਭਗਤ ਕਬੀਰ ਜੀ ਕੀ ਆਂਦੇ ਭਲਾ? ਲੋਗਨ ਰਾਮ, ਸਾਰੇ ਬੋਲੋ, ਲੋਗਨ ਰਾਮ ਖਿਲੌਣਾ ਜਾਨਾ। ਖਿਲੌਣਾ ਜਾਨਾ, ਖਿਲੌਣਾ ਕੀ ਹੁੰਦਾ ਭਲਾ? ਜਿਹੜਾ ਖਿਡੌਣਾ ਹੁੰਦਾ ਨਾ, ਇਹ ਅਸਲ ਦੀ ਨਕਲ ਹੁੰਦੀ ਹਮੇਸ਼ਾ ਹੀ। ਜਿਵੇਂ ਮੰਨ ਲਓ ਘਰ 'ਚ ਕਾਰ ਖਲੋਤੀ ਹੈ, ਇੱਦਾਂ ਬੱਚਾ ਖੇਡਦਾ, ਬੱਚਾ ਕਾਰ ਵੱਲ ਹੱਥ ਕਰਕੇ ਕਹਿੰਦਾ ਮੈਂ ਵੀ ਇੱਦਾਂ ਦੀ ਕਾਰ ਲੈਣੀ ਹੈ। ਭਲਾ ਜਿਹੜਾ ਬੱਚਾ ਜੇ 1.5-2 ਸਾਲ ਦਾ, 3 ਸਾਲ ਦਾ, ਉਹਨੂੰ ਆਪਾਂ ਜੇ ਕਾਰ ਲਿਆ ਕੇ ਦੇਣੀ ਹੋਵੇ ਤਾਂ ਕਿਹੜੀ ਲਿਆ ਕੇ ਦੇਵਾਂਗੇ ਜੀ ਭਲਾ? ਛੋਟੀ ਜੀ, ਚਾਬੀ ਵਾਲੀ, ਸੈੱਲ ਵਾਲੀ। ਅੱਛਾ, ਕੰਪਨੀਆਂ ਨੇ ਵੀ ਅੱਜ ਕੱਲ੍ਹ ਕਾਰਾਂ ਸੇਮ ਉਹੋ ਜਿਹੀਆਂ ਬਣਾਤੀਆਂ ਜਿੱਦਾਂ ਦੀਆਂ ਅਸਲੀਆਂ ਨੇ। ਉਹ ਕਾਰ ਲੈ ਆਉਂਦਾ, ਬੱਚਾ ਉਸ ਕਾਰ ਨਾਲ ਖੇਡਦਾ। ਪਿਤਾ ਦਾ ਮੋਬਾਈਲ ਵੇਖ ਕੇ, ਮਾਂ ਦਾ ਮੋਬਾਈਲ ਵੇਖ ਕੇ ਬੱਚਾ ਕੀ ਕਹਿੰਦਾ ਭਲਾ? ਮੈਨੂੰ ਵੀ ਦਿਓ। ਜਿਹੜਾ ਛੋਟਾ ਬੱਚਾ, ਉਹਦੇ ਵਾਸਤੇ ਵੀ ਅੱਜ ਕੱਲ੍ਹ ਖਿਡੌਣਿਆਂ ਦੇ ਮੋਬਾਈਲ ਬਣ ਗਏ। ਉੱਦਾਂ ਹੀ ਉਹ 'ਚ ਗਾਣੇ ਚੱਲੀ ਜਾਂਦੇ ਆ। ਅੱਛਾ, ਉਹ ਮੋਬਾਈਲ ਹੁਣ ਹੈ ਕੀ ਆ? ਅਸਲ ਦੀ ਨਕਲ। ਅਸਲ ਤਾਂ ਨਹੀਂ ਹੈਗੀ।
ਹੁਣ ਅਸਲੀ ਗੱਡੀ ਆਉਣੀ ਹੈ 7 8 9 10 ਲੱਖ ਦੀ, ਇਹ ਆ ਗਈ ਹੈ 100 150 200 400 ਦੀ। ਹੈ ਅਸਲ ਨਹੀਂ ਹੈ, ਅਸਲ ਦੀ ਨਕਲ ਹੈ। ਸਮਝ ਆ ਗਈ ਪਿਆਰਿਓ? ਖਿਡੌਣਾ ਹਮੇਸ਼ਾ ਅਸਲ ਦੀ ਕੀ ਹੁੰਦੀ ਹੈ? ਨਕਲ। ਹੁਣ ਬੱਚਾ ਟ੍ਰੇਨ ਵੱਲ ਹੱਥ ਕਰਕੇ ਆਂਦਾ ਵੀ ਆ ਉਹ ਟ੍ਰੇਨ ਜਾ ਰਹੀ ਹੈ, ਮੈਂ ਵੀ ਲੈਣੀ ਹੈ ਪਾਪਾ ਟ੍ਰੇਨ। ਤੇ ਬੱਚੇ ਨੂੰ ਪਿਓ ਆਂਦਾ ਕੋਈ ਨਹੀਂ ਲੈ ਦੂੰਗਾ, ਤੇ ਮਾਂ ਆਂਦੀ ਇਹਨੂੰ ਕੱਲ੍ਹ ਨੂੰ ਲਿਆ ਦਿਓ ਬਾਜ਼ਾਰੋਂ। ਉਹ ਵਿਹੜੇ 'ਚ ਹੀ ਅੰਦਰ ਹੀ ਘੁੰਮਣ ਵਾਲੀ ਉਹਨੂੰ ਟ੍ਰੇਨ ਲਿਆ ਦਿੰਦੇ, ਤੇ ਬੱਚਾ ਟ੍ਰੇਨ ਵੇਖ ਕੇ ਖੁਸ਼ ਹੋ ਜਾਂਦਾ। ਪਲੇਨ ਵੇਖ ਕੇ ਬੱਚਿਆਂ ਦਾ ਪਲੇਨ ਲੈਣਾ, ਮੈਂ ਜਹਾਜ਼ ਲੈਣਾ। ਅਗਲੇ ਦਿਨ ਉਹਨੂੰ ਘਰਾਂ 'ਚ ਖਿਡੌਣੇ ਹੁੰਦੇ ਨਾ ਬੱਚਿਆਂ ਵਾਸਤੇ, ਆਪਾਂ ਲਿਆ ਕੇ ਰੱਖ ਦਿੰਦੇ ਹਾਂ। ਹੁਣ ਇਹ ਕੀ ਹੈ? ਖਿਡੌਣਾ। ਅਤੇ ਖਿਡੌਣੇ ਨਾਲ ਬੱਚਾ ਖੇਡਦਾ। ਕਿ ਲੱਗਦਾ ਨਹੀਂ ਦੁਨੀਆ 'ਚ ਰੱਬ ਨਾਲ ਖਿਡੌਣਾ ਸਮਝ ਕੇ ਖੇਡ ਰਹੀ ਹੈ? ਖਿਡੌਣਾ ਸਮਝ ਕੇ ਖੇਡਿਆ ਜਾ ਰਿਹਾ। ਖੇਡ ਲਓ, 10 ਮਿੰਟ ਪਰਚਾਵਾ ਕਰ ਲਓ। ਆ ਸਭ ਤੋਂ ਵੱਡੀ ਗੱਲ ਤਾਂ ਸਾਡੇ ਸਾਹਮਣੇ ਆ। 20 ਫਰਵਰੀ ਤੋਂ ਲੈ ਕੇ 10 ਮਾਰਚ ਤੱਕ ਕਿੰਨੇ ਪੋਲੀਟੀਕਲ ਲੋਕਾਂ ਨੇ ਖਿਡੌਣਾ ਸਮਝ ਕੇ ਖੇਡਿਆ। ਕਿਸੇ ਨੇ ਕਿਤੇ ਸੁੱਖਣਾ ਸੁੱਖੀ, ਕਿਸੇ ਨੇ ਕਿਤੇ ਸੁੱਖਣਾ ਸੁੱਖੀ। ਜੇ ਪੂਰੀ ਹੋ ਗਈ ਤਾਂ ਠੀਕ ਹੈ, ਨਹੀਂ ਤਾਂ ਬਾਬਾ ਤੂੰ ਕੌਣ? ਉੱਚੀ ਬੋਲੋ ਜੀ। ਹੁਣ ਮੈਂ ਕੌਣ? ਅੱਛਾ, ਅਖੰਡ ਪਾਠ ਸਾਰਿਆਂ ਨੇ ਸੁੱਖੇ ਹੋਣੇ ਆ, ਕਿਉਂ ਜੀ? ਜਿਹੜੇ ਜਿੱਤ ਗਏ ਉਹਨਾਂ ਨੇ ਕਰਾ ਦੇਣਾ, ਜਿਹੜੇ ਨਾ ਜਿੱਤੇ ਉਹਨਾਂ ਕੋਲ ਸਾਡੀ ਕਿਸਮਤ ਮਾੜੀ, ਸਾਡੇ ਭਾਗ ਮਾੜੇ। ਸਾਡੇ ਭਾਗਾਂ 'ਚ ਰੱਬ ਨੇ ਜਿੱਤ ਐਰਕੀ ਲਿਖੀ ਨਹੀਂ ਹੈ। ਕੀ ਅੱਜ ਸਮਾਜ ਖਿਡੌਣਾ ਸਮਝ ਕੇ ਨਹੀਂ ਖੇਡ ਰਿਹਾ? ਸ਼ਰਤਾਂ ਰੱਖ ਕੇ ਨਹੀਂ ਗੁਰਦੁਆਰੇ ਆ ਰਿਹਾ? ਮੇਰਾ ਵੀਜ਼ਾ ਲਵਾਏਗਾ ਤਾਂ ਮੈਂ ਗੁਰਦੁਆਰੇ ਆਊਂ, ਵੀਜ਼ਾ ਲਵਾਏਗਾ तो मैं तेरी सेवा करूं, वीज़ा लवाएगा तो लंगर कराऊं, मेरा चंगे घर पुत विआया जाए तो अखंड पाठ कराऊं, नौकरी मिलेगी तो बाणी पढ़ांगा। शर्तां कंडीशन कि सिख कंडीशन ला के गुरु को आउंदा सी, कि सिख दी ये परिभाषा सी, कि सिख दी ये डेफिनेशन सी भी सिख नूं आ वस्तु मिलेगी तो गुरु को आएगा। कित्थों सिखी तुरी तो कित्थे आण खलोती। तो लगता नहीं अज पदार्थ ज़्यादा ने, सुकून नहीं हैगा साडे कोल। वो शायद पतलों ते शायद हत्थां ते रोटी खा के भी साडे नालों बादशाह वाला जीवन जीउंदे सी। साडे घरां च प्लेटां ही नहीं गिणियां जा सकदियां जिन्हां च असीं रोटियां पा के खाने, जिन्हां च पा खाने वो थोड़ियां ने, शो सामने सजा के रखण वालियां ज़्यादा ने, पर सुकून है नहीं। सौना एक चादर ते है, एक बैड ते है, पता नहीं किन्ने बैड ने, सुकून है नहीं। गड्डियां दा पता नहीं। मैं अमीरी की गल दस रहा, दुनिया ते तमाम पदार्थ होने तो बाद भी बंदा डिप्रैशन का क्यों शिकार है? क्योंकि खुराक नालों टुट गया, सोमे नालों टुट गया। अज नौटंकीबाज हो गया। नाटक वेख वेख के इत्थे शब्द बड़ा गंभीर है, माथे तिलक हथ माला बाना लोगन राम। इत्थे किसी ने मथे ते तिलक लाया होवे, हाथ विच माला फड़ी होवे, चोला गोडियां तो थले आउंदा होवे, उहदा सिरे दा लोटू ते पखंडी होवे, लोग कहणगे साडे घर बाबा जी चरण पाओ। बंदे ने पेंट कोट पाया होवे, पेंट कमीज पाई होवे, चादर कुर्ता बद्धा होवे, सिरे दा ईमानदार होवे, जिंदगी च किसी नाल बेईमानी ना कीती होवे, कोलों दुनिया दा भला कीता होवे। कदी किसी ने पेंट कोट वाले नूं कहा साडे घर चरण पाओ जी? इहदा मतलब बाणे च एडी वड्डी ताकत कि बंदा ओही सिरे दा चंगा सी, पर बाणा उन्हें ओह जिहा नहीं सी पाया। पर बंदा पखंडी सी, वर्दी उन्हें थोड़ी जी ओहो जी पा ली। लोग कहण लग पे साडे घर चरण पाओ जी, बाबा जी भुगे होए ने। हुण वर्दी पाउण नूं किन्ना क टाइम लगदा जी? साध संगत जी बोल के दस्सिओ जी। हुण आर्मी दे विच जदों भर्ती हुंदा नौजवान, उहनूं वर्दी तो बाद विच पाउंदे, पहले ट्रेनिंग दिंदे ने। मैं एग्जाम्पल सैकड़े वार दी है भी एक भरा फौज में है, दूजा भरा पिंड च वाही करता है। वो फौज विचों पिंड आया, नाल वर्दी भी लैके आ गया, दोवां दा कद काठ इक्को जिहा सी। उहने जिहड़ा छोटा भरा सी वो पिंड विच रहिंदा सी, उहने अपने भरा नूं कहा मैं भी वर्दी पा के वेखां तेरे वाली। करदा वाही सी, वो खेतीबाड़ी करदा सी। आंदा पा ला, आंदा शौक है मेरा, मैं भी पग बन के आर्मी वाली वर्दी पा के वेख सकदा? कहदा वेख ला। उन्हें वर्दी पाई, आर्मी वाली पग बधी, पूरी टौर कढ़िया। कहता जे आ गया हो तो मैं पिंड विच गेड़ा भी दे ला। कहता कोई गल नहीं, पिंड च नहीं, बाहर ना जाई। वर्दी पा के तुर पिया। हुण पिंड वालियां नूं पता ना भी ये फौजी नहीं हैगा, क्यों साध संगत जी? उन्होंने तो पता भी ये पिंड का जिमीदार बंदा है, इहदा भरा फौजी है। पर जे कोई पिंड च रिश्तेदार आया होएगा, वो किदां बुलाउणगे? होर फौजी साहब बोलो भाई,
ਕੀ ਹਾਲ ਆ। ਹੁਣ ਉਹਦਾ ਅੰਦਰੋਂ ਉਹਨੇ ਅੰਦਰੋਂ ਡਰਨਾ ਵੀ ਮੇਰੀ ਵਰਦੀ ਵੇਖ ਕੇ ਮੈਨੂੰ ਫੌਜੀ ਸਾਹਿਬ ਕਹੀ ਜਾਂਦੇ ਕਿਤੇ ਇਹ ਨਾ ਪੁੱਛ ਲੈ ਵੀ ਤੇਰੀ ਰੈਜੀਮੈਂਟ ਕਿਹੜੀ ਤੇਰੀ, ਕਿਉਂਕਿ ਮੈਂ ਤਾਂ ਵਰਦੀ ਪਾ ਲਈ, ਮੈਨੂੰ ਤਾਂ ਪਤਾ। ਬੋਲੋ ਸਾਧ ਸੰਗਤ ਜੀ, ਕੱਖ ਵੀ ਨਹੀਂ। ਅੱਜ ਲੱਗਦਾ ਨਹੀਂ ਧਰਮ ਦੀ ਵਰਦੀ ਪਾ ਲਈ ਹੈ, ਪਰ ਧਰਮ ਦੀ ਡੈਫੀਨੇਸ਼ਨ, ਧਰਮ ਦੀ ਪਰਿਭਾਸ਼ਾ, ਸਿੱਖੀ ਵਿਚਾਰਧਾਰਾ ਦਾ ਤਾਂ ਪਤਾ ਕੱਖ ਵੀ ਨਹੀਂ ਹੈ। 5-7 ਸਿੱਖੀ ਨਾਲ ਸੰਬੰਧਿਤ ਸਵਾਲ ਕਰ ਲਓ। ਵਰਦੀ ਪਾਉਣ ਨੂੰ ਕੀ ਹੈ? ਬੰਦਾ ਰਾਤ ਸੁੱਤਾ, ਸਵੇਰੇ ਉੱਠ ਕੇ ਉਹਨੂੰ ਵਰਦੀ ਪਵਾ ਦਿਓ, ਬੰਦਾ ਪਿਆਰ ਬਾਰ ਤਿਆਰ, ਵੇਖਣ ਨੂੰ ਕੀ ਲੱਗਦਾ ਤੇ ਸਿੱਖ ਹੈ। ਹੁਣ ਇੱਥੇ ਭਗਤ ਕਬੀਰ ਜੀ ਕਹਿੰਦੇ ਮਾਥੇ ਤਿਲਕ ਹੱਥ ਮਾਲਾ ਬਾਨਾ। ਮੱਥੇ ਤੇ ਤਿਲਕ, ਹੱਥ ਵਿੱਚ ਮਾਲਾ, ਤੇ ਤੀਜਾ ਹੈ ਬਾਨਾ। ਬਾਨਾ ਮੀਨਿੰਗ ਵਰਦੀ। ਲੋਗਨ ਰਾਮ ਖਿਲਾਉਣਾ ਜਾਣਾ, ਤੇ ਖਿਡੌਣੇ ਨਾਲ ਖੇਡਿਆ ਜਾ ਸਕਦਾ। ਤੁਸੀਂ ਵੇਖੋ ਕਈ ਵਾਰੀ ਨਾ ਬੱਚਾ ਖਿਡੌਣੇ ਨਾਲ ਖੇਡਦਾ ਗਵਾਂਢੀਆਂ ਦਾ ਬੱਚਾ ਵੀ ਆ ਜਾਂਦਾ, ਉਹ ਕਹਿੰਦਾ ਖਿਡੌਣੇ ਵੱਲ ਵੇਖ ਕਹਿੰਦਾ ਮੈਂ ਵੀ ਖੇਡਣ ਦੇਣਾ। ਤੇ ਕਈ ਬੱਚੇ ਜਿੱਦੀ ਹੁੰਦੇ, ਉਹ ਆਪਣੇ ਖਿਡੌਣੇ ਨੂੰ ਹੱਥ ਨਹੀਂ ਕਿਸੇ ਨੂੰ ਲਾਉਣ ਦਿੰਦੇ। ਤੇ ਕਈ ਬੱਚੇ ਬੜੇ ਚੰਗੇ ਹੁੰਦੇ ਆ, ਉਹ ਕਹਿੰਦੇ ਕੋਈ ਗੱਲ ਨਹੀਂ, ਜੇ ਮੇਰੇ ਕੋਲ ਖਿਡੌਣਾ ਹੈਗਾ ਤੂੰ ਵੀ ਖੇਡ ਲਾ। ਇਹ ਬੱਚਿਆਂ 'ਚ ਫਰਕ ਹੁੰਦਾ। ਵੈਸੇ ਤਾਂ ਬੱਚਿਆਂ ਦੀ ਪਰਵਰਿਸ਼ ਇੱਦਾਂ ਕਰਨੀ ਚਾਹੀਦੀ ਹੈ। ਅਸੀਂ ਇੱਦਾਂ ਪਾਲਦੇ ਹਾਂ। ਆਪਾਂ ਆਪਣੇ ਸਮਾਜ 'ਚ ਬੱਚੇ ਕਿੱਦਾਂ ਪਾਲਦੇ ਆ, ਨੋਟ ਕਰੋ ਜੀ। ਈਰਖਾ ਜੈਲਸੀ ਕਿਉਂ ਵੱਧ ਰਹੀ ਹੈ? ਮੰਨ ਲਓ ਬੱਚੇ 2 ਨੇ, ਅਸੀਂ ਬਾਜ਼ਾਰ ਜਾਂਦੇ ਹਾਂ, ਬਾਜ਼ਾਰੋਂ ਲਿਆ ਕੇ ਨਾ ਅਸੀਂ 2 ਹੀ ਚੌਕਲੇਟਾਂ ਦੇ ਪੈਕਟ ਲੈ ਆਉਣੇ ਆ, 2 ਚੀਜ਼ਾਂ ਵੱਖਰੀਆਂ ਲਿਆਉਣੀਆਂ, ਲਿਆ ਕੇ ਭਰਾ ਨੂੰ ਫੜਾ ਦੇਣੀ, ਆਹ ਤੇਰੀ ਚੌਕਲੇਟ ਹੈ, ਆਹ ਤੇਰੀ ਹੈ, ਦੋਵਾਂ ਨੂੰ ਦੇਤੀ। ਹੁਣ ਬੱਚੇ ਦੇ ਦਿਮਾਗ 'ਚ ਕੀ ਆ ਗਿਆ? ਆਹ ਮੇਰੀ ਹੈ, ਆਹ ਉਹਦੀ ਹੈ। ਹੋਣਾ ਕੀ ਚਾਹੀਦਾ ਸੀ? ਚੀਜ਼ਾਂ ਭਾਵੇਂ 5 ਲੈ ਆਓ, ਪਰ ਇੱਕ ਪੁੱਤਰ ਨੂੰ ਫੜਾਓ ਜਾਂ ਧੀ ਨੂੰ, ਪੁੱਤਰ ਵੰਡ ਕੇ ਖਾ। ਬੱਚੇ ਦੇ ਦਿਮਾਗ 'ਚ ਗੱਲ ਆਊ ਕਿ ਮੈਂ ਜਿਹੜੀ ਚੀਜ਼ ਆਉਣੀ ਹੈ ਇਹ ਸ਼ੇਅਰ ਕਰਕੇ ਖਾਣੀ ਹੈ, ਭੈਣ ਨਾਲ, ਜਾਂ ਭੈਣ ਕੋ ਆਈ ਉਹਨੇ ਭਰਾ ਨਾਲ। ਅਸੀਂ ਲੜਾਈ ਤੋਂ ਡਰਦੇ ਸ਼ੁਰੂ ਤੋਂ ਆਦਤ ਪਾ ਦਿੰਦੇ ਹਾਂ, ਇਹ ਪੈਂਟ ਤੇਰੀ ਹੈ, ਇਹ ਸ਼ਰਟ ਨੂੰ ਕਿਸੇ ਹੋਰ ਨੂੰ ਹੱਥ ਨਾ ਲਾਉਣ ਦੀ। ਪੁਰਾਣਾ ਸਮਾਂ ਵੀਰਾਂ ਨੂੰ ਪਤਾ ਹੋਣਾ, ਕਈ ਹਮ ਉਮਰ ਜਿਹੜੇ ਇੱਕੋ ਜਿਹੀ ਹਾਈਟ ਵਾਲੇ ਭਰਾ ਇੱਕ ਦੂਜੇ ਦੇ ਕੱਪੜੇ ਵੀ ਪਾ ਲੈਂਦੇ ਨੇ। ਕਈਆਂ ਘਰਾਂ ਦਰਾਣੀਆਂ ਜਠਾਣੀਆਂ, ਭੈਣੇ ਤੂੰ ਵਿਆਹ ਚੱਲੀ ਹੈ, ਮੈਂ ਤੇਰਾ ਸੂਟ ਪਾ ਲਵਾਂ, ਕੋਈ ਗੱਲ ਨਹੀਂ, ਪਿਆਰ ਹੈ। ਤੇ ਮਾਫ਼ ਕਰਨਾ, ਕਈਆਂ ਸਕੀਆਂ ਭੈਣਾਂ 'ਚ ਪਿਆਰ ਹੈ ਨਹੀਂ, ਕਈਆਂ ਸਕਿਆਂ ਭਰਾਵਾਂ 'ਚ ਹੈ ਨਹੀਂ, ਤਾਇਆਂ ਚਾਚਿਆਂ 'ਚ ਹੈਗਾ। ਹੋਣਾ ਇਹ ਚਾਹੀਦਾ, ਅਮੀਰੀ ਚੰਗਾ ਘਰ ਨਹੀਂ, ਅਮੀਰੀ ਵੱਡੀਆਂ ਕੋਠੀਆਂ ਤੇ ਕਾਰਾਂ ਨਹੀਂ, ਅਮੀਰੀ ਹੈ ਤੁਹਾਡਾ ਕਿਸੇ ਨਾਲ ਸਨੇਹ ਤੇ ਪਿਆਰ ਕਿੰਨਾ ਕੁ ਹੈ, ਤੁਹਾਡੀ ਮੁਹੱਬਤ ਕਿੰਨੀ ਕੁ ਹੈ, ਤੁਹਾਡਾ ਸਲੀਕਾ ਤਰੀਕਾ, ਤੁਸੀਂ ਜ਼ਿੰਦਗੀ ਕਿੱਦਾਂ ਜਿਉਂਦੇ ਹੋ, ਇੱਥੋਂ ਤੁਹਾਡੀ ਅਮੀਰੀ ਦਾ ਪਤਾ ਲੱਗਣਾ ਹੈ। ਪਿਆਰ, ਮੁਹੱਬਤ, ਸਨੇਹ, ਇੱਦਾਂ ਦੀ ਪਰਵਰਿਸ਼ ਕਰੋ ਕਿ ਤੁਹਾਡੇ ਬੱਚੇ ਕੋਲ, ਜਿਹੜਾ ਬੱਚਾ ਅੱਜ ਇੱਕ ਬਿਸਕੁਟ ਦਾ ਪੈਕਟ ਵੰਡ ਕੇ ਨਹੀਂ ਖਾ ਸਕਦਾ, ਚਿੰਤਾ ਹੈ ਜਦੋਂ ਕੱਲ੍ਹ ਉਹਦੇ ਕੋਲ 4 ਛਿੱਲੜ ਆ ਗਏ, ਦੂਜਾ ਭਰਾ ਭਾਵੇਂ ਭੁੱਖਾ ਮਰਦਾ ਹੋਇਆ, ਉਹਨੇ ਉਹਦੇ ਵੱਲ ਵੇਖਣਾ ਵੀ ਨਹੀਂ, ਹੁਣ ਜਾ ਮਰ, ਮੈਗੀ ਲੈਣਾ ਤੇਰੇ ਕੋਲੋਂ ਵੀ। ਕਿਉਂ? ਇਹ 'ਚ ਕਸੂਰ ਕਿਹਦਾ? ਮੁੱਢ ਦਾ। ਮੁੱਢ ਕੌਣ ਹੈ? ਮਾਂ ਬਾਪ, ਦਾਦਾ ਦਾਦੀ, ਜਿਨ੍ਹਾਂ ਨੇ ਲੜਾਈ ਮੁਕਾਉਣ ਦਿਆਂ ਮਾਰਿਆਂ ਸ਼ੁਰੂ ਤੋਂ ਟ੍ਰੇਨਿੰਗ ਹੀ ਇੱਦਾਂ ਦੀ ਦੇਤੀ ਕਿ ਜਿਹੜੀ ਚੀਜ਼ ਤੇਰੀ ਹੈ ਉਹ ਤੇਰੀ ਹੈ, ਇਹਨੂੰ ਤੂੰ ਦੂਜੇ ਨੂੰ ਹੱਥ ਨਾ ਲਾਉਣ ਦੇ। ਸ਼ੁਰੂ ਤੋਂ ਸੰਸਕਾਰ ਬੱਚੇ ਨੂੰ ਬਚਪਨ ਤੋਂ। ਤਾਂ ਸਾਂਝਿਆਂ ਘਰਾਂ ਜਿਹੜੇ ਬੱਚੇ ਪਲਦੇ ਨੇ ਨਾ, ਤੁਸੀਂ ਕਦੀ ਨੋਟ ਕਰਿਓ, ਉਹਨਾਂ ਦੇ ਸੰਸਕਾਰ, ਉਹਨਾਂ ਦਾ ਰਹਿਣ ਸਹਿਣ, ਉਹਨਾਂ ਦਾ ਪਾਲਣ ਪੋਸ਼ਣ ਜਿਹੜਾ ਕਿੱਦਾਂ ਹੁੰਦਾ ਹੈ, ਇਹ ਬਹੁਤ ਧਿਆਨ ਦੇਣ ਯੋਗ ਗੱਲਾਂ ਨੇ। ਜਿਵੇਂ ਇੱਕ ਵਿਦਵਾਨ ਦਾ ਕਥਨ ਹੈ, ਤਿਫਲ ਕਹਿੰਦੇ ਬੱਚੇ ਨੂੰ, ਕਹਿੰਦਾ ਤਿਫਲ ਮੇ ਬੂ ਆਏ ਕਿਆ ਮਾਂ ਬਾਪ ਕੇ ਕਿਰਦਾਰ ਕੀ। ਬੱਚੇ ਦੇ ਜੀਵਨ 'ਚੋਂ ਮਾਂ ਬਾਪ ਦੀ ਖੁਸ਼ਬੂ ਕਿੱਥੋਂ ਆਉਣੀ ਹੈ? दूध तो डिब्बे का तलीम है सरकार की। दुध डिब्बे का पिया तो डब्बा समझते हो, ਜਿਹੜੀਆਂ ਮਾਵਾਂ ਦੁੱਧ ਨਹੀਂ ਪਿਆਉਂਦੀਆਂ ਉਹ ਡੱਬੇ ਦਾ, ਜਾਨੀ ਕਿ ਗਾਂ ਦਾ ਪਿਆਤਾ ਜਾਂ ਮੱਝ ਦਾ ਪਿਆਤਾ, ਦੁੱਧ ਪੀਤਾ ਡੱਬੇ ਦਾ। ਤੇ ਸਿੱਖਿਆ ਦੇ ਦਿੱਤੀ ਸਕੂਲਾਂ ਨੇ। ਮਾਂ ਬਾਪ ਦਾ ਰੋਲ ਬੱਚੇ ਦੇ ਜੀਵਨ 'ਚੋਂ ਕਿੱਥੋਂ ਲੱਭਣਾ? ਹੁਣ ਜਿਹੜੇ ਮਾਂ ਬਾਪ ਬੱਚੇ ਨੂੰ ਟਾਈਮ ਦੇਣ ਨੂੰ ਤਿਆਰ ਨਹੀਂ, ਇੱਕ ਵਕਤ ਆਉਣਾ ਜਿੱਦਣ ਮਾਂ ਬਾਪ ਨੇ ਕਹਿਣਾ ਮੈਨੂੰ ਟਾਈਮ ਦੇ, ਉਹਦਾ ਮੇਰੇ ਕੋਲ ਹੁਣ ਤੁਹਾਡੇ ਲਈ ਵਕਤ, ਬੋਲੋ ਜੀ, ਨਹੀਂ ਹੈਗਾ। ਵਕਤ, ਸਮਾਂ, ਇਹ ਬਹੁਤ ਜ਼ਰੂਰੀ ਹੈ। ਜਿਹੜਾ ਅਸੀਂ ਇਕੱਠੇ ਬੈਠ ਕੇ ਵਿਚਾਰ ਕਰੀਏ, ਗੱਲਬਾਤ ਸਾਂਝੀ ਕਰੀਏ, ਦੁੱਖ ਸੁੱਖ ਇੱਕ ਜਿਹੜਾ ਪੁੱਛੀਏ, ਦੱਸੀਏ। ਹੁਣ ਇੱਥੇ ਸ਼ਬਦ ਹੈ ਮਾਥੇ ਤਿਲਕ ਹੱਥ ਮਾਲਾ ਬਾਨਾ, ਲੋਗਨ ਰਾਮ ਖਿਲਾਉਣਾ। ਦੁਨੀਆ ਦੇ ਲੋਕਾਂ ਨੇ ਪਰਮੇਸ਼ਰ ਨੂੰ ਖਿਡਾਉਣਾ ਸਮਝ ਲਿਆ ਵੀ ਮੱਥੇ ਤੇ ਤਿਲਕ ਲਾ ਲਓ, ਹੱਥ ਵਿੱਚ ਸਿਮਰਨੇ ਫੜ ਲਓ, ਗੁੱਸਾ ਨਾ ਮਨਾਇਓ। ਆ ਜਿਹੜੇ ਹੱਥਾਂ ਵਿੱਚ ਸਿਮਰਨੇ ਫੜੀ ਫਿਰਦੇ ਨੇ, ਗੁਰਮਤਿ ਥੋੜ੍ਹਾ ਕਿਤੇ। ਆ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੁਹਾਡੇ ਸਾਹਮਣੇ ਹੈ। ਇੱਕ ਪ੍ਰਮਾਣ ਐਸਾ ਵਿਖਾ ਦੇ ਜਿੱਥੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਮਾਲਾ ਫੇਰਨ ਬਾਰੇ ਕਹਿੰਦੀ ਹੋਵੇ। ਜਿਹੜੀ ਮਾਲਾ ਫੇਰਨ ਲਈ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕਹਿੰਦੀ ਹੈ, ਉਹ ਮਾਲਾ ਫੇਰਨੀ ਸਾਨੂੰ ਔਖੀ ਲੱਗਦੀ। ਉਹ ਕਿਹੜੀ ਮਾਲਾ ਹੈ? ਸਾਲ ਗ੍ਰਾਮ ਬਿਪ ਪੂਜ ਮਨਾਵੋ ਸੋਕ੍ਰਿਤ
तुलसी माला अपने आचरण नूं माड़ा बना ला, अपने करदार नूं माड़ा बना ला, तेरा करदार ही माड़ा बन जाए। हुण करदार उच्चा बनाउणा औखा ते 100 150 200 की माड़ा हत्थ विच फड़नी उच्ची बोलो जी सौखी आ। किहड़े किहड़े बाबे तुसीं वेखदे हो ऐदां माड़ा पाई हुंदी हो। हुण आंदे ने एक ट्रक ड्राइवर सी वो बाबे को चले गया, बाबा जी मैनूं दसो सिमरन किदां करना। उन्हें नूं माड़ा देती 101 मणके वाली, कहंदा भी आ माड़ा लै जा रोज़ माड़ा फेरिया कर। कहंदा बाबा जी मेरा तो कारोबार बड़ा तगड़ा, मैं तो 1500 किलोमीटर का मेरा सफ़र हुंदा, चक्कर लाउणा मैं। उन्दा नहीं तेनों इन्ना चिर रोज़ माड़ा फेरनी पैनी। उन्हें एक्सल ना जाके बंधती, घूम के आया जो दूजा तीजा चक्कर ला के आंदा किन्नी फेरी है, कहंदा हिसाब ला लो 1500 किलोमीटर जान है 1500 किलोमीटर आउणा, जिन्नी तेज़ गड्डी भजी उन्नी तेज़ माड़ा भजी, आपे हिसाब किताब ला लो। उन्दा बह के नहीं जपी, कहंदा बह के जपदा न्याणे भुखे मर जाने सी, न्याणे रोटी कित्थों खानी सी, जवाक कित्थों पालने सी। हुण मैं गुरु की हजूरी च कहण लगा, जिन्हों को माड़ा बारे प्रमाण गुरु ग्रंथ साहिब च आउंदा होवे ना, मैनूं गड्डी च बहण तो पहलां उहदा अंक जरूर दस्सिओ, खुशी होएगी, मैनूं संतुष्टि होएगी। गुरदासपुर तो चल के आए हाँ इत्थों तक फरीदकोट आउण तक थकेवा लै जू, जे मैनूं तुसीं कोई गुरु ग्रंथ साहिब दा प्रमाण दस दिओ कि गुरु ग्रंथ साहिब दे इन्ने अंक ते माड़ा दे हक विच आ प्रमाण लिखे, मैं अपनी गलती सुधार लवांगा। मैनूं तो लभा नहीं किते, पाठ करदे हैं बड़ी बरीकी नाल पढ़ के वेखिआ। हाँ माड़ा दे वरखलाफ जरूर लिखे है, कबीर जपनी काठ की क्या दिखलाम है, लोए हिरदे राम न चेतइए, बोलो हुण जपनी क्या होए। बाणी च सैकड़े प्रमाण ने, गज 3.5 धोतियां तेरे पायन तग, गली जिन्ना जप माड़ियां, लोटे हथ नबग, ओए हर के संत ना की है, उच्ची बोलो भाई। हुण बनारस के ठग शब्द वरते, जे अज बाबा कबीर जी आउण ना उन्हां बनारस की जगह पंजाब लिख देना सी। इत्थे उन्हां नूं थोड़ा पता सी इन्ना गंद पै जाना इत्थे, इत्थे की हालात बन गए साडे समाज के। मैं पहलां कहता कईयां नूं हजम नहीं होणीआं, पर जे कोई बाणी तुहाडे चों पढ़दा तो मैनूं अंक जरूर गुरु ग्रंथ साहिब दा दस्सिओ जाण तो पहलां, मैं अपनी गलती सुधार लवांगा। हो सकदा वो शब्द मेरियां अखां दे सामने ना आया होवे, पर सैकड़े प्रमाण तुहानूं माड़ा दे उल्ट मिल जाने। माड़ा जपो किहड़ी, अपने किरदार नूं माड़ा बनाओ, अपने विहार नूं माड़ा बनाओ, अपने आचरण नूं माड़ा बनाओ। तुहाडा किरदार तुहाडा करैक्टर साल ग्राम बिप पूज मनावो, सोकृत तुलसी माड़ा, सोकृत तुलसी माड़ा। हुण तुलसी की माड़ा महंगी मनी जाती है, चंगी मनी जाती है। सोकृत कहते आचरण नूं, करनी नूं, अपनी करनी नूं माड़ा बना ला। हुण करनी बनाउणी औखी आ, माड़ा खरीदनी। कईयां ने वेखिआ गड्डियां ते जिहड़ा विचकारला सीसा नहीं हुंदा ਉਹਦੇ ਨਾਲ माड़ा टंगी हुंदी है, भी पता लगे साडी गड्डी दा सीसा भी नाम जपदा। कईयां ने थले स्टेयरिंग नाल बधी हुंदी है, कईयां ने फोटो नाल टंगी हुंदी है, कईयां ने गुੱਟ नाल दोहरी तीरी कीती हुंदी है। अच्छा सवाल ये पैदा हुंदा माड़ा इदां फेरनी है काहदे लई, गिणती करनी है ना, भी एक वारी वैगुरू, 2 वारी वैगुरू, 3 वारी वैगुरू, ये गिणती करके दसणी किहनूं भला। बाणी च लिखिआ सतगुर सेती गणत जै रखै, हलत पलत सब तिसका गया, आशिक ए ना आखिए जे लेखै वरतै सोए। वो काहदा आशिक जिहड़ा गिणतियां च पै गया, कि रब सानू पदार्थ गिण मिण के दिंदा जी, इस देंदा दे लैंदे थक पाहे, जुगां जुगंतर खाही खाहे। इस करके गुरु ग्रंथ साहिब की बाणी पढ़ो, समझो, विचारो, गुणा अनुसार रब्बी गुणा अनुसार अपना जीवन जीवन का यतन करो, चंगे काम करो। सगल धर्म में श्रेष्ठ धर्म हर को नाम जप, निर्मल कर्म करो, सवेर तो लैके रात सौण तक चंगा सोचो, चंगा करो। इन्हां गल्लां वल ध्यान दिओ। जिद्दां शरीर नूं खुराक देण लगा, माड़ी जी शरीर खुराक भारी खा लवे आवाज़ार हुंदा ना, जिदन मन की भी खुराक थोड़ी जी अपसैट होंदी है, उदन मन भी जिन्हां दे अज मन आवाज़ार है ना, खुराक चैक करो किदां दी है। ये मन की खुराक है, जो असी वेखते हैं, जो असी सुनते हैं, जो असी बोलते हैं, ये किहड़ी खुराक है भला। हुणे भाई साहब बोल रहे थे ना, बड़ियां प्यारियां लैना सी वो, कि काम क्रोध लोभ मोह हंकार च दुनिया सड़ रही है, जो असी गुरु की गोद में बहने हाँ, ये तपश साड़ी बुझदी है। बंबे विआह गर्दन है ना,
ਇਹ ਤੋਂ ਉੱਪਰਲੇ ਹਿੱਸੇ 4 ਨਦੀਆਂ ਵਹਿ ਰਹੀਆਂ ਨੇ। ਇਹਨਾਂ 4 ਨਦੀਆਂ ਵਿੱਚ ਕੋਈ ਵਿਰਲਾ ਹੀ ਹੈ ਜਿਹੜਾ ਬਚਿਆ, ਨਹੀਂ ਤੇ ਜਿਹੜੇ ਨਦੀਆਂ 'ਚ ਰੁੜ ਜਾਂਦੇ ਉਹ ਸੜ ਜਾਂਦੇ ਆ। ਹੰਸ, ਹੇਤ, ਲੋਭ ਤੇ ਕੋਪ, 4 ਨਦੀਆਂ ਅੱਗ। ਪਵੇਂ ਜਿਹੜੇ ਸੜ ਗਏ ਆ, ਦੱਜੈਂ ਉਹ ਰੁੱਝ ਗਏ ਆ, ਤਰੀਏ ਕਰਮੀ ਲੱਗ, ਜਿਹੜੇ ਸੱਚ ਨਾਲ ਜੁੜ ਗਏ ਉਹ ਬਚ ਗਏ। ਹੰਸ ਸਮਝਿਓ, ਹਿੰਸਾ, ਹਿੰਸਕ ਹੋਣਾ। ਜਦੋਂ ਬੰਦਾ ਹਿੰਸਕ ਹੁੰਦਾ ਨਾ, ਜਨਮ ਦੇਣ ਵਾਲੀ ਮਾਂ ਦਾ ਕਤਲ ਵੀ ਕਰ ਦਿੰਦਾ। ਜਦੋਂ ਬੰਦਾ ਹਿੰਸਕ ਹੁੰਦਾ ਨਾ, ਜਿਹਦਾ ਲੜ ਫੜ ਕੇ ਲਾਵਾਂ ਲੈ ਕੇ ਘਰ ਆਈ ਸੀ ਨਾ, ਉਹਨੂੰ ਮਾਰਨ ਲੱਗੇ ਵੀ ਗਰੇਜ ਨਹੀਂ ਕਰਦੀ। ਤੇ ਜਿਹਨੂੰ ਵਿਆਹ ਕੇ ਘਰ ਲੈ ਕੇ ਆਇਆ ਸੀ, ਜਿਹੜੀ ਬੱਚਿਆਂ ਦੀ ਮਾਂ ਸੀ, ਪਤੀ ਉਹਦਾ ਕਤਲ ਕਰਨ ਲੱਗਿਆ ਨਹੀਂ ਸੋਚਦਾ। ਜਦੋਂ ਹਿੰਸਕ ਹੁੰਦਾ, ਹਿੰਸਕ ਬੰਦਾ ਜਦੋਂ ਹੁੰਦਾ, ਉਦੋਂ ਸਕੇ ਪਿਓ, ਭੈਣ ਭਰਾ, ਦੋਸਤ ਮਿੱਤਰ, ਈਵਨ ਇੱਥੋਂ ਤੱਕ ਆਪਣੇ ਬੱਚਿਆਂ ਦੇ ਉੱਤੇ ਵੀ ਵਾਰ ਕਰਨ ਲੱਗਿਆਂ ਘਬਰਾਉਂਦਾ ਨਹੀਂ ਜਦੋਂ ਬੰਦਾ ਹਿੰਸਕ ਹੁੰਦਾ। ਹੰਸ, ਹੇਤ, ਹੇਤ ਕਹਿੰਦੇ ਮੋਹ ਨੂੰ। ਹੇਤ ਦਾ ਅਰਥ ਹੈ ਮੋਹ। ਮੋਹ ਵੀ ਇੱਕ ਚਿੱਕੜ ਹੈ ਜਿਹਦੇ ਵਿੱਚ ਦੁਨੀਆ ਰਿੱਝ ਰਹੀ ਹੈ। ਮੋਹ ਵੇਖੋ ਕੀ ਚੀਜ਼ ਹੈ। ਜਦੋਂ ਛੋਟਾ ਹੁੰਦਾ ਨਾ, ਜਦੋਂ ਛੋਟਾ ਹੁੰਦਾ, ਮਾਂ ਕਹਿੰਦੀ ਰੋਟੀ ਖਾ ਲਾ, ਕਈਆਂ ਘਰਾਂ 'ਚ ਇੱਦਾਂ ਦਾ ਪਿਆਰ ਹੈ, ਤੇ ਕਹਿੰਦਾ ਅਜੇ ਨਹੀਂ ਖਾਣੀ, ਵੀਰਾ ਆਊਗਾ ਉਹਦੇ ਨਾਲ ਖਾਣੀ ਬਹਿ ਕੇ। ਯਾਨੀ ਕਿ ਕਈਆਂ ਘਰਾਂ 'ਚ ਭਰਾ ਭਰਾ ਇਕੱਠੇ ਬੈਠ ਕੇ ਰੋਟੀ ਖਾਂਦੇ ਸੀ। ਕੱਪੜੇ ਇਕੱਠੇ ਪਾਉਣੇ, ਇਕੱਠੇ ਲੈ ਆਉਣੇ, ਕੱਪੜੇ ਵੀ ਇਕੱਠੇ ਲੈ ਆਉਣੇ, ਇੱਕ ਦੂਜੇ ਕੱਪੜੇ ਵੀ ਪਾਉਣੇ, ਖਾਣਾ ਵੀ ਖਾਣਾ। ਪਰ ਅੱਜ ਐਸਾ ਕੀ ਹੋਇਆ ਕਿ ਭਰਾ ਭਰਾ ਵੱਲ ਵੇਖਦਾ ਵੀ ਨਹੀਂ, ਕਿਉਂਕਿ ਅੱਜ ਮੋਹ ਨੇ ਰੁੱਖ ਬਦਲ ਲਿਆ। ਜਿਵੇਂ ਦਰਿਆ ਰੁੱਖ ਨਹੀਂ ਬਦਲਦੇ, ਕਦੀ ਦਰਿਆ ਜ਼ਮੀਨ ਵਿੱਚ ਲੈ ਲੈਂਦੇ ਆ, ਕਦੀ ਦਰਿਆ ਜ਼ਮੀਨਾਂ ਛੱਡ ਦਿੰਦੇ ਆ। ਮੋਹ ਦਾ ਵੀ ਇੱਦਾਂ ਹੀ ਆ। ਕਦੀ ਮੋਹ ਮਾਂ ਨਾਲ ਸੀ, ਮਾਂ ਘਰ ਨਾ ਹੋਣੀ ਤੇ ਦਰਵਾਜ਼ੇ ਗਾੜੀ ਕਈ ਬੱਚੇ ਬੈਠੇ ਹੁੰਦੇ ਸੀ, ਮਾਂ ਨਹੀਂ ਘਰ ਹੈਗੀ, ਅੰਦਰ ਜਾਣ ਨੂੰ ਜੀ ਨਹੀਂ ਕਰਦਾ। ਅੱਜ ਮਾਂ ਵਿਹੜੇ 'ਚ ਬੈਠੀ ਆ, ਮਾਂ ਵੱਲ ਵੇਖਣ ਨੂੰ ਜੀ ਨਹੀਂ ਕਰਦਾ ਉਹਦਾ। ਮਾਂ ਤਾਂ ਉਹੀ ਹੈ, ਕਿਉਂਕਿ ਅੱਜ ਨਿਆਣੇ ਹੋ ਗਏ, ਘਰ ਵਾਲੀ ਹੋ ਗਈ, ਅੱਜ ਗਾਂ ਬੱਚਿਆਂ ਵੱਲ ਵੇਖਦਾ। ਮੈਂ ਸੈਂਕੜੇ ਵਾਰ ਐਗਜ਼ਾਮਪਲ ਦਿੱਤੀ ਹੈ। ਕਈਆਂ ਘਰਾਂ 'ਚ ਕੋਈ ਚੀਜ਼ ਆਵੇ, ਪਹਿਲਾਂ ਪਤਨੀ ਨੇ ਕਹਿਣਾ, ਪਹਿਲਾਂ ਪਤੀ ਨੇ ਕਹਿਣਾ, ਜਾਓ ਬੱਚਿਓ ਦਾਦੀ ਮੰਮਾ ਨੂੰ ਦੇ ਕੇ ਆਓ। ਪਹਿਲਾਂ ਉਹ ਖਾਏਗੀ, ਬਾਅਦ ਵਿੱਚ ਆਪਾਂ ਖਾਵਾਂਗੇ। ਭਾਗਾਂ ਵਾਲਾ ਪਰਿਵਾਰ ਹੈ ਉਹ। ਜਾਓ ਪਹਿਲਾਂ ਦਾਦਾ ਜੀ ਨੂੰ ਫਰੂਟ ਦੇ ਕੇ ਆਓ ਕੱਟ ਕੇ, ਫਿਰ ਆਪਾਂ ਖਾਂਦੇ ਹਾਂ। ਅਤੇ ਕਈਆਂ ਘਰਾਂ 'ਚ ਅੰਦਰ ਵੜ ਵੜ ਕੇ ਚੀਜ਼ਾਂ ਖਾ ਲੈਂਦੇ ਆ। ਦਾਦਾ ਦਾਦੀ ਬਾਹਰ ਬੈਠੇ ਆ, ਉਹ ਵੀ ਛਿਲਕੇ ਵੇਖ ਕੇ ਹਿਸਾਬ ਲਾਉਂਦੇ ਆ ਡਸਟਬਿਨ 'ਚ। ਉੱਚੀ ਬੋਲੋ ਹੁਣ ਪਿਆਰਿਓ, ਵੀ ਫਰੂਟ ਲਿਆਂਦਾ ਖਾਧਾ, ਮਗਰੋਂ ਦੇਸੀ ਘਿਓ ਮੂੰਹ 'ਚ ਤੁੰਨੀ ਜਾਣਾ ਸਿਵਿਆਂ 'ਚ। ਹੁਣ ਕੌਣ ਵਹਿੰਦਾ ਦੇਸੀ ਘਿਓ ਬਈ? ਮੁੜ ਕੇ ਮੜੀਆਂ 'ਚ ਸੇਬ ਕੇਲੇ ਚੱਕੀ ਫਿਰਦੇ ਆ। ਫਿਰ ਕਹਿਣਗੇ ਭਾਈ ਸਾਹਿਬ ਨੂੰ ਸੱਦੋ, ਪ੍ਰਸ਼ਾਦਾ ਛਕਾ ਦਿਓ। ਹੁਣ ਭਾਈ ਸਾਹਿਬ ਨੂੰ ਛਕਾਉਣ ਦਾ ਕੀ ਫਾਇਦਾ? ਹੁਣ ਇਹ ਛਕਾਉਣਾ ਇਸ ਕਰਕੇ ਵੀ ਬਾਬਾ ਜੀ ਕੋਲ ਪਹੁੰਚੇ, ਹੁਣ ਸਾਡੇ ਦਾਦਾ ਜੀ ਕੋਲ ਪਹੁੰਚੇ। ਜਿਉਂਦਿਆਂ ਨਹੀਂ ਪੁੱਛਿਆ। ਜੇ ਹਿੰਦੂ ਹੋਣਗੇ ਤੇ ਪੰਡਤ ਮਗਰ ਤੁਰੇ ਫਿਰਨਗੇ, ਸਿੱਖ ਹੋਣਗੇ ਤੇ ਗੁਰਦੁਆਰਿਓਂ 5 ਪਿਆਰੇ ਲੱਭਦੇ ਫਿਰਨਗੇ, ਸ਼ਰਾਧ ਕਰਾਉਂਦੇ ਫਿਰਨਗੇ। ਜਿਉਂਦੇ ਜੀ ਨਹੀਂ ਪੁੱਛਣਾ। ਮੈਂ ਪਹਿਲਾਂ ਕਹਤਾ ਭਾਗਾਂ ਵਾਲਾ ਪਰਿਵਾਰ ਹੈ, ਜਿੱਥੇ ਕੋਈ ਵੀ ਵਸਤੂ ਘਰ 'ਚ ਆਉਣੀ ਹੈ ਪਹਿਲਾਂ ਦਾਦਾ ਜੀ ਨੂੰ ਇੱਦਾਂ। ਫਿਰ ਉਹਦੇ ਨਾਲ ਪ੍ਰੈਕਟਿਸ ਬੜੀ ਕਮਾਲ ਦੀ ਹੁੰਦੀ ਹੈ। ਜਦੋਂ ਇਹਦਾ ਮਾਂ ਆਪਣੇ ਹੱਥੀਂ ਧੀ ਨੂੰ ਕਹਿੰਦੀ ਜਾਂ ਪਹਿਲਾਂ ਦਾਦਾ ਜੀ ਨੂੰ ਦੇ ਕੇ ਆ, ਜਾਂ ਪਹਿਲਾਂ ਆਪਣੀ ਦਾਦੀ ਜੀ ਨੂੰ ਇਹ ਫਰੂਟ ਦੇ ਕੇ ਆ। ਬੱਚੇ ਦੇ ਦਿਮਾਗ 'ਚ ਇੱਕ ਮੈਸੇਜ ਆਉਣਾ, ਬੱਚੇ ਦੇ, ਪੁੱਤਰ ਦੇ, ਪਤਾ ਕੀ, ਜਦੋਂ ਕੱਲ੍ਹ ਨੂੰ ਮੇਰੀ ਵਾਈਫ ਆਈ, ਉਦੋਂ ਮੈਂ ਆਪਣੇ ਬੱਚਿਆਂ ਨੂੰ ਇੰਜ ਕਹਾਂਗਾ, ਜਾਂ ਪਹਿਲਾਂ ਮੇਰੀ ਮਾਂ ਨੂੰ ਇਹ ਪਕਵਾਨ ਦੇ ਕੇ ਆ। ਜਿੱਦਾਂ ਦਾ ਬੀਜ ਬੀਜੋਗੇ, ਉੱਚੀ ਬੋਲ ਕੇ ਦੱਸੋ, ਉਹੋ ਜਿਹਾ ਕੱਟੋਗੇ। ਜਿਨ੍ਹਾਂ ਨੂੰ ਅੱਜ ਆਪਣੀਆਂ ਸੱਸਾਂ ਪਸੰਦ ਨਹੀਂ, ਤਿਆਰੀ ਕਰ ਲਓ ਬਿਰਧ ਆਸ਼ਰਮ ਜਾਣ ਦੀ। ਹੋਣੀ ਤੁਹਾਡੇ ਨਾਲ ਇਹ ਤੋਂ ਵੀ ਬੁਰੀ ਹੈ, ਬਹੁਤ ਬੁਰੀ ਹੋਣੀ ਹੈ। ਮੈਂ ਗੁਰੂ ਦੀ ਹਜ਼ੂਰੀ 'ਚ ਕਹਿਣਾ, ਕੰਧ 'ਤੇ ਲਿਖਿਆ ਪੜ੍ਹ ਲਓ। ਖੂਹ ਜਿੱਦਾਂ ਦੀ ਆਵਾਜ਼ ਮਾਰੋਗੇ ਬੈਗ ਉੱਦਾਂ ਦੀ ਵਾਪਸ ਆਉਣੀ ਹੈ। ਚੰਗੇ ਸੰਸਕਾਰ ਲਈ ਬਦਲ ਦਿਓ। ਮੈਂ ਪਾਠ ਕਿੰਨੇ ਕਰਦਾ, ਮੈਂ ਕਿੰਨੇ ਵਜੇ ਉੱਠਦਾ, ਇਹਦੇ ਨਾਲ ਕੋਈ ਮਤਲਬ ਨਹੀਂ ਹੈ। ਉੱਠਦਾ ਆਪਣੇ ਲਈ ਉੱਠਦਾ, ਕਿਸੇ ਸਿਰ ਅਹਿਸਾਨ ਥੋੜ੍ਹਾ ਕਰਦਾ ਤੂੰ ਕਿੰਨੇ ਪਾਠ ਕਰਦਾ ਹੈ, ਤੂੰ ਕਿੰਨੇ ਵਜੇ ਗੁਰਦੁਆਰੇ ਆਉਣਾ ਹੈ, ਤੂੰ ਕਿੰਨਾ ਕੀਰਤਨ ਕਰਦਾ, ਤੂੰ ਕਿੰਨੀ ਕਥਾ ਕਰਦਾ ਹੈ, ਇਹ ਤੇਰਾ ਆਪਣਾ ਨਿੱਜ ਹੈ। ਇਹ ਵੇਖਿਆ ਜਾਣਾ ਤੇਰਾ ਵਿਹਾਰ ਕਿੱਦਾਂ ਦਾ, ਤੇਰੇ ਸੰਸਕਾਰ ਕਿੱਦਾਂ ਦੇ ਨੇ, ਤੂੰ ਸਮਾਜ ਵਿੱਚ ਕਿੱਦਾਂ ਰਹਿੰਦਾ ਹੈ, ਤੇਰਾ ਚੁਗਿਰਦਾ ਤੇਰੇ ਬਾਰੇ ਕੀ ਸੋਚਦਾ ਹੈ। ਤੇਰੇ ਚੁਗਿਰਦੇ 'ਚੋਂ ਪਤਾ ਲੱਗਣਾ ਹੈ। ਰਾਤ ਦੀ ਰਾਣੀ ਲੱਗੀ ਹੋਵੇ, ਦੱਸਣ ਦੀ ਲੋੜ ਪੈਂਦੀ ਹੈ ਖੁਸ਼ਬੂ ਕਿੱਥੋਂ ਆ ਰਹੀ ਹੈ। ਗੁਲਾਬ ਲੱਗਾ ਹੋਵੇ ਤੇ ਗੁਆਂਢੀਆਂ ਘਰ ਵੀ ਮਹਿਕ ਚੱਲ ਜਾਂਦੀ ਹੈ। ਜਿਨ੍ਹਾਂ ਨਾਲ ਨਾ ਬਣਦੀ ਹੋਵੇ, ਹਵਾ ਦਾ ਰੋਕ ਉੱਧਰ ਨੂੰ ਹੋਵੇ ਨਾ, ਉੱਧਰ ਮਹਿਕ ਵੱਧ ਆਉਂਦੀ ਹੈ। ਰੋਕ ਕੇ ਵਿਖਾਓ ਰਾਤ ਦੀ ਰਾਣੀ ਦੀ ਮਹਿਕ ਨੂੰ ਵੀ ਸਾਡੇ ਘਰ 'ਚ ਹੀ ਰਹੀ, ਗੁਆਂਢੀਆਂ ਘਰ ਨਾ ਜਾਈ, ਉਹ ਜਾਣੀ ਜਾਣੀ ਹੈ। ਤੁਸੀਂ ਨਹੀਂ ਰੋਕ ਸਕਦੇ ਉਹਨੂੰ। ਆਪਣੇ ਵਿੱਚ ਖੁਸ਼ਬੂ ਪੈਦਾ ਕਰੋ, ਗੁਣਾਂ ਦੀ, ਚੰਗਿਆਈ, ਚੰਗੀ ਆਦਤ, ਚੰਗੇ ਸੰਸਕਾਰ।
ਜਦੋਂ ਇਹ ਗੁਣ ਆਉਣਗੇ ਜ਼ਿੰਦਗੀ ਵਧੀਆ ਬਣੇਗੀ। ਇੱਕ ਆਪਣੇ ਬੱਚਿਆਂ ਸਾਹਮਣੇ ਆਪਣੇ ਰਿਸ਼ਤੇਦਾਰਾਂ ਦੀ ਕਦੀ ਬਦਖੋਈ ਨਾ ਕਰੋ ਨਾ। ਉਹਦੇ ਨਾਲ ਕੀ ਹੁੰਦਾ, ਬੱਚਿਆਂ ਦੇ ਦਿਮਾਗ 'ਚ ਕੈਮੀਕਲ ਬਣਦਾ, ਜ਼ਹਿਰ ਬਣਦਾ। ਬੱਚੇ ਫਿਰ ਜਦੋਂ ਘਰ ਆਉਂਦੇ ਨੇ, ਜਦੋਂ ਘਰ 'ਚ ਰਿਸ਼ਤੇਦਾਰ ਆਉਂਦਾ, ਉਹਦਾ ਵੇਖਣ ਦਾ ਨਜ਼ਰੀਆ ਉਹਨਾਂ ਪ੍ਰਤੀ, ਉੱਚੀ ਬੋਲੋ ਹੁਣ। ਅੱਛਾ, ਫਿਰ ਕਮਾਲ ਦੀ ਗੱਲ ਤੁਸੀਂ ਵੇਖੋ, ਬੱਚੇ ਭੋਲੇ ਹੁੰਦੇ ਨੇ, ਭੂਆ ਨੂੰ ਸਾਰਾ ਟੱਬਰ ਇੱਦਾਂ ਮਾੜਾ ਕਹੀ ਜਾਂਦੇ ਆ, ਉੱਧਰੋਂ ਭੂਆ ਪੇਕੇ ਆ ਗਈ। ਅੱਛਾ, ਬੱਚਿਆਂ ਨੇ ਉਸੇ ਗੱਲ 'ਤੇ ਗੰਢ ਰੱਖੀ ਵੀ ਭੂਆ ਚੰਗੀ ਨਹੀਂ ਹੈ, ਉਹ ਉੱਦਾਂ ਹੀ ਵਹਿੰਦੇ ਗੁੱਸੇ ਨਾਲ, ਭਰਾ ਅਤੇ ਭਰਜਾਈ ਦਾ ਕਿਤੇ। ਅਸੀਂ ਤਾਂ ਸਵੇਰ ਦੇ ਡੀਕਣ ਡਏ ਸੀ। ਬੱਚਿਆਂ ਦੇ ਉਹ ਕਿੱਡੇ ਨਾਟਕਕਾਰ ਬੰਦੇ ਨੇ ਵੀ, ਉਹ ਬੋਲੋ ਭਾਈ। ਜਿਵੇਂ ਸਾਡੇ ਲੀਡਰਾਂ ਨੂੰ ਨਹੀਂ ਕਹਿੰਦੇ ਅੱਗੋਂ ਪਿਛੋਂ, ਅਕਾਲੀ ਮਾੜੇ, ਕਾਂਗਰਸੀ ਮਾੜੇ, ਭਾਜਪਾ ਵਾਲੇ ਮਾੜੇ, ਝਾੜੂ ਵਾਲੇ ਮਾੜੇ, ਜੇ ਕਿਤੇ ਆ ਜਾਣ ਤੇ ਮੋਬਾਈਲ ਲੈ ਕੇ ਸੈਲਫੀਆਂ ਲਾਉਣ ਲੱਗ ਪੈਂਦੇ, ਫਿਰ ਸਰੂਪੇ ਲੈ ਕੇ ਮਗਰ ਤੁਰੇ ਫਿਰਦੇ। ਪਰ ਇਸ ਵਾਰ ਪੰਜਾਬੀਆਂ ਨੇ ਕਾਰਡ ਤੋੜ ਦਿੱਤੇ ਬਈ। ਆਂਦੇ ਸੀ, ਵਾਹ ਵਾਹ ਵਾਹ, ਆਂਦੇ ਸੀ ਜਿਹੜੇ ਪੰਜਾਬੀ ਆ ਨਾ, ਪੰਜਾਬ ਬਾਰੇ ਇਹ ਕਹਿੰਦੇ ਸੀ ਵੀ ਲੀਡਰ ਪੰਜਾਬ ਨੂੰ ਬੇਵਕੂਫ ਬਣਾਉਂਦੇ ਆ। ਪਰ ਪਹਿਲੀ ਵਾਰ ਹੋਇਆ ਦੁਆਈ ਰੱਬ ਦੀ 22 'ਚ ਪਬਲਿਕ ਨੇ ਲੀਡਰ ਬੇਵਕੂਫ ਬਣਾ ਛੱਡੇ। ਝੰਡੀਆਂ ਹੋਰ ਤੇ ਵੋਟ ਕਿਤੇ ਹੋਰ। ਉਹ ਨਾ ਹੁਣ ਉਹ ਮਾਮੇ ਕਿਸੇ ਨੂੰ ਪੁੱਛਣ ਜੋਗੇ ਵੀ ਕੀਤਾ ਕੀ ਸਾਡੇ ਨਾਲ, ਤੁਸੀਂ ਕਿਆ ਕਰਾਮਾਤ ਹੀ ਵਾਪਰ ਗਈ। ਵੈਸੇ ਅਸੀਂ ਕਿਹੜੀਆਂ ਕਿਹੜੇ ਭਾਣੇ ਵਾਪਰ ਗਏ। ਹੁਣ ਤਾਂ ਕੱਲ੍ਹ ਪਰਸੋਂ ਦੇ ਕਈਆਂ ਦੇ ਫੋਨ ਆਉਣ ਡਿਆ ਕਿ ਸਾਡਾ ਹੁਣ ਕੰਮ ਬੰਦ ਹੋ ਗਿਆ, ਹੁਣ ਤੇ ਬੀਬੀ ਹਰਸਿਮਰਤ ਕੌਰ ਮਗਰ ਤੁਰੇ ਫਿਰਦੇ ਆ ਵੀ ਤੇਰੀ ਅਰਦਾਸ ਪੂਰੀ ਹੁੰਦੀ ਹੈ। ਤੇਰੇ ਤੇ ਬਚਨਾਂ 'ਚੋਂ ਇੰਨੀ ਤਾਕਤ ਆ ਵੀ ਤੂੰ ਕਿਹਾ ਸੀ ਉਹਨਾਂ ਦਾ ਕੱਖ ਨਾ ਰਵੇ, ਸੱਚੀ ਕੱਖ ਨਹੀਂ ਰਿਹਾ। ਤੂੰ ਤਾਂ 3 ਲੈ ਗਏ ਤੁਸੀਂ ਧੱਕੇ ਨਾਲ, 1 ਬਸਪਾ ਦੀ ਸੀਟ ਮਿਲੀ, 4 ਮਿਲੀਆਂ ਨੇ ਤੁਹਾਨੂੰ। ਤੇ ਭੈਣੇ ਕਰ ਅਰਦਾਸਾਂ ਤਗੜੀ ਹੋ ਕੇ, ਤੇਰੀ ਜ਼ੁਬਾਨ 'ਤੇ ਤਾਕਤ ਬੜੀ ਆ। ਇਹ ਮੈਸੇਜ ਪਹੁੰਚ ਜੇ ਉਹਦੇ ਤੱਕ ਵੀ ਕੋਈ ਚੰਗੀ ਅਰਦਾਸ ਕਰਦੇ, ਕੋਈ ਵੀ ਤੇਰੀ ਜ਼ੁਬਾਨ 'ਚ ਤਾਕਤ ਬੜੀ ਹੈ, ਕੋਈ ਅਰਦਾਸ ਕਰਦੇ, ਕੋਈ ਖਹਿੜਾ ਛੁੱਟ ਜੇ ਸਾਡਾ ਕਿਸੇ ਇਸ ਗੰਦੇ ਸਿਸਟਮ ਤੋਂ। ਤਾਂ ਗੱਲ ਵੇਖੋ ਕਿੱਡੇ ਕਮਾਲ ਦੀ ਹੈ। ਯਾਦ ਰੱਖਿਓ, ਜੇ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਹੋਈ, ਜਿਨ੍ਹਾਂ ਨੇ ਸਾਥ ਦਿੱਤਾ ਦੋਵੇਂ ਨਹੀਂ ਬਚੇ। ਤੇ ਤੀਜੀ, ਪਰ ਇੱਕ ਚੀਜ਼ ਮੈਂ ਨਾਲ ਕਹਿਣਾ, ਜੇ ਹੁਣ ਤੀਜੀ ਧਿਰ ਸਾਹਮਣੇ ਆਈ ਆ, ਇਹਨਾਂ ਨੂੰ ਅਸੀਂ ਪਹਿਲਾਂ ਕਹਿੰਦੇ ਆ ਕਿ ਵੇਖ ਲਓ, ਜੇ ਇਹਨਾਂ ਨੇ ਇਹ ਗਲਤੀਆਂ ਕੀਤੀਆਂ ਤੇ ਅਸਮਾਨ ਤੋਂ ਥੱਲੇ ਸੁੱਟਤਾ, ਹੁਣ ਤੋਂ ਕੰਮ ਕਰਨਾ ਸ਼ੁਰੂ ਕਰ ਦਿਓ, ਤਾਂ ਕਿ ਤੁਹਾਨੂੰ 27 ਵਿੱਚ ਕਿਸੇ ਦੇ ਘਰ ਵੋਟ ਮੰਗਣ ਦੀ ਲੋੜ ਪਵੇ ਨਾ। ਕੰਮ ਕਰੋ। ਇੱਥੇ ਉਜਾੜੇ ਦੀਆਂ ਰੋਜ਼ ਅਰਦਾਸਾਂ ਹੋ ਰਹੀਆਂ ਨੇ। ਹਰ ਪੰਜਾਬੀ ਚਾਹੁੰਦਾ ਮੇਰਾ ਪੁੱਤ ਧੀ ਇੱਥੋਂ ਨਿਕਲ ਜਾਵੇ ਦਵਾ ਦਵ। ਇਹ ਏਡੀ ਸੋਹਣੀ ਧਰਤੀ, ਐਡਾ ਵਧੀਆ ਖੇਤਰਫਲ ਪੰਜਾਬ ਦਾ, ਲਹਿਰਾਂ ਜ਼ਮੀਨਾਂ ਕਮਾਲ ਦੀਆਂ, ਛੱਡ ਕੇ ਜਾਣ ਨੂੰ ਜੀ ਕਰਦਾ ਕਿਸੇ ਪਰਿਵਾਰ ਦਾ, ਕਿਸੇ ਪੁੱਤ ਦਾ ਜੀ ਕਰਦਾ ਮੈਂ ਆਪਣੀ ਮਾਂ ਨੂੰ, ਆਪਣੀ ਧੀ ਨੂੰ, ਆਪਣੇ ਬੱਚਿਆਂ ਨੂੰ ਛੱਡ ਕੇ ਜਾਵਾਂ। ਪਰ ਜੇ ਇੱਥੇ ਰੁਜ਼ਗਾਰ ਮਿਲੇ, ਇੱਥੇ ਸਾਨੂੰ ਰੋਜੀ ਰੋਟੀ ਵਧੀਆ ਮਿਲੇ, ਕਿਹਦਾ ਜੀ ਕਰਦਾ ਜੀ ਮੈਂ ਵਿਦੇਸ਼ ਜਾਵਾਂ। ਪਰ ਗੱਲ ਫਿਰ ਉਹ ਸੀ, ਕਰਪਸ਼ਨ, ਬੇਈਮਾਨੀ, ਲੁੱਟ ਖਸੁੱਟ, ਇਹ ਸਾਰਾ ਕੁਝ ਵਾਪਰਿਆ। ਕਿਉਂ ਵਾਪਰਿਆ? ਕਿਉਂਕਿ ਵੋਟਰ ਸਿਆਣਾ ਨਹੀਂ ਸੀ। ਪਰ ਐਰਕੀ ਥੋੜ੍ਹੀ ਜਿਹੀ ਝਲਕ ਆਪਾਂ ਵਿਖਾਤੀ ਹੈ। ਹੋਰ ਸਿਆਣੇ ਬਣੀਏ। ਨਿੱਜੀ ਗਰਜਾਂ ਵਾਸਤੇ ਕਦੀ ਕਿਸੇ ਨੂੰ ਫੋਨ ਨਾ ਕਰੋ, ਸਿਸਟਮ ਚੇਂਜ ਕਰੋ। ਤੁਹਾਡੇ ਵਿੱਚੋਂ ਕਈਆਂ ਦੇ ਧੀ ਪੁੱਤ ਵਿਦੇਸ਼ ਹੋਣੇ, ਪੁੱਛ ਕੇ ਵੇਖਿਓ, ਉੱਥੇ ਜੇ ਸੇਫਟੀ ਬੈਲਟ ਨਹੀਂ ਲੱਗੀ, ਅਗਲੇ ਨੇ ਡਾਕੇ ਟਿਕਟ ਦੇ ਦਿੱਤੀ ਆ ਤੇ ਸਿਫਾਰਿਸ਼ ਕੋਈ ਨਹੀਂ। ਜਦੋਂ ਇੱਕ ਵਾਰ ਬੰਦਾ 150, 200, 400 ਦੀ ਟਿਕਟ ਜਾ ਕੇ ਭਰਦਾ, ਉਹ ਦੁਬਾਰਾ ਸੈਲਫ ਮਗਰੋਂ ਮਾਰਦਾ ਸੇਫਟੀ ਬੈਲਟ। ਤੇ ਇੱਥੇ ਜੇ ਕੋਈ ਲਾ ਵੀ ਲਿਆ ਹੋਵੇ ਨਾ ਸੇਫਟੀ ਬੈਲਟ, ਵੀ ਲਾ ਲਾ ਤੂੰ ਜਾਂਦਾ ਨਹੀਂ, SHO ਮੇਰਾ ਮਾਮਾ ਲੱਗਾ ਫਰੀਦਕੋਟ, ਵੀ ਦਾ ਜਦੋਂ ਮੱਥਾ ਪਟਣਾ ਤੇਰੇ ਮਾਮੇ ਦਾ ਪਟਣਾ ਮੱਥਾ ਤੇ ਸਾਡਾ ਪਟਣਾ ਬਈ। ਨਾਲੇ ਕੰਪਨੀਆਂ ਨੇ ਇਹ ਵੇਖ ਕੇ ਲਾਇਆ ਵੀ ਕਿਹਦਾ ਮਾਮਾ ਲੱਗਾ, ਕਿਹਦਾ ਤਾਇਆ ਲੱਗਾ, ਕਿਹਦਾ ਚਾਚਾ ਲੱਗਾ। ਸੇਫਟੀ ਬੈਲਟ ਸਾਡੇ ਲਈ ਹੈ। ਇਹ ਤਾਂ ਕੰਪਨੀਆਂ ਨੂੰ ਹੋਰ ਅੱਗੇ ਚਾਹੀਦਾ ਵੀ ਗੱਡੀ ਸਟਾਰਟ ਤਾਂ ਹੋਵੇ ਜੇ ਸੇਫਟੀ ਬੈਲਟ ਲੱਗੇ। ਪਰ ਸਾਡੇ ਪੰਜਾਬੀ ਨਵੇਂ ਤੋਂ ਨਵਾਂ ਕਾਰਨ ਲੱਭ ਲੈਂਦੇ ਨਾ। ਉਸ ਅੰਦਰ ਮਾੜਾ ਉਹ ਗੱਡੀ ਟਿਊਨ ਕਰੀ ਜਾਂਦੀ ਸੀ, ਉਹਦਾ ਵੀ ਸੋਚ ਲੱਭ ਲਿਆ ਕੰਪਨੀਆਂ ਨੇ ਵੀ ਉਹ 'ਚ ਬਾਜ਼ ਅੜਾ ਦਿਓ, ਕੋਈ ਨਾ ਕੋਈ ਚੀਜ਼ ਅੜਾ ਦਿਓ ਤਾਂ ਕਿ ਸੇਫਟੀ ਬੈਲਟ ਲਾਉਣੀ। ਪਰ ਇਹ ਫਾਇਦਾ ਸਾਡਾ ਸੀ। ਏਅਰ ਬੈਗ ਤਾਂ ਖੁੱਲ੍ਹਣੇ ਨੇ। ਹੁਣ ਕਈ ਕਹਿਣਗੇ ਜੀ ਗੁਰਦੁਆਰੇ ਗੱਲਾਂ ਕਰਨੀਆਂ ਜ਼ਰੂਰੀ ਨੇ। ਇੱਕ ਮੈਂ ਸਮਾਗਮ 'ਤੇ ਗਿਆ, ਮੈਂ ਗੱਲਾਂ ਦੱਸ ਰਿਹਾ, ਕਹਿੰਦਾ ਭਾਈ ਸਾਹਿਬ ਜੀ ਇਹ ਗੁਰਦੁਆਰੇ ਗੱਲਾਂ ਕਿਉਂ ਕਰਦੇ ਹੋ? ਮੈਂ ਕਿਹਾ ਭੋਗ ਵੀ ਤਾਂ ਗੁਰਦੁਆਰੇ ਪੈਣਾ ਬਾਅਦ 'ਚ। ਮੈਂ ਕਿਹਾ ਮੈਂ ਭੋਗ ਪੈਣ ਤੋਂ ਪਹਿਲਾਂ ਸੁਚੇਤ ਕਰਦਾ, ਮੁੜ ਕੇ ਤੂੰ ਕਹਿਣਾ ਕੱਲੇ ਆਵੇਂ ਨਾਨਕਾ ਸੱਦੇ ਉੱਠੀ ਜਾਹੀਂ ਦੇ ਮਾਂ ਵਾਕਾਂ ਅਨੁਸਾਰ। ਮੈਂ ਕਿਹਾ ਬਾਅਦ 'ਚ ਵੀ ਤਾਂ ਰੋਣਾ, ਇਹੋ ਹੀ ਰੋਣਾ। ਮੈਂ ਪਹਿਲਾਂ ਸੁਚੇਤ ਕਰਦਾ ਵੀ ਪੁੱਤ ਧੀ ਨੂੰ ਘਰੋਂ ਤੋਰ ਲੱਗਿਆ ਕਹਿ ਕੇ ਤੋਰੋ ਕਿ ਪੁੱਤਰਾ ਘਰੋਂ ਸੇਫਟੀ ਬੈਲਟ ਲਾ ਕੇ ਤੁਰਨਾ, ਤੇ ਅਗਲੇ ਦੇ ਘਰ ਗੱਡੀ ਬੰਦ ਕਰਨ ਤੱਕ ਸੇਫਟੀ ਬੈਲਟ ਲਾ ਕੇ ਰੱਖਣੀ ਆ। ਜੇ ਘਟਨਾ ਵਾਪਰ ਗਈ ਮੁੜ ਕੇ ਪਰਮੇਸ਼ਰ ਨੂੰ ਉਲਾਮੇ ਨਹੀਂ ਦੇਣੇ। ਅਸੂਲ ਜ਼ਿੰਦਗੀ ਦੇ ਪਾਲੋ, ਚੰਗਾ ਸੋਚੋ, ਚੰਗਾ ਖਾਓ। ਚੰਗੀ ਸੋਚ ਜ਼ਿੰਦਗੀ ਦਾ ਸਭ ਤੋਂ ਵੱਡਾ ਸਰਮਾਇਆ ਹੈ। ਕਦੀ ਤਜਰਬਾ ਕਰਕੇ ਵੇਖੋ, ਜਿਹੜੇ ਚੰਗਾ ਸੋਚਦੇ ਨੇ, ਖੁਸ਼ ਰਹਿੰਦੇ ਨੇ,
ਉਹਨਾਂ ਦੇ ਕੱਲੇ ਕੱਲੇ ਅੰਗ ਖੁਸ਼ਬੂ ਦਿੰਦੇ ਨੇ। ਜ਼ਿੰਦਗੀ ਵਿੱਚ ਹਰ ਪੱਖੋਂ ਮਨੁੱਖ ਜ਼ਿੰਦਗੀ ਚੜ੍ਹਦੀ ਕਲਾ। ਤੁਸੀਂ ਵੇਖੋ ਨਾ, ਕਈ ਚਿਹਰੇ ਕਿੱਡੇ ਕਮਾਲ ਦੇ ਹੁੰਦੇ ਨੇ, ਹਰ ਵਕਤ ਹੱਸੂ ਹੱਸੂ ਕਰਦੇ ਨਜ਼ਰ ਆਉਣਗੇ। ਕਈ ਬੰਦੇ ਪੈਸੇ 'ਚ ਗੱਡੇ ਪਏ ਨੇ ਪਰ ਹਾਸਾ ਕੋਲ ਹੀ ਹੈ ਨਹੀਂ, ਕੋਈ ਖੇੜਾ ਕੋਲ ਨਹੀਂ। ਪੋਤਰੇ ਵੀ ਹੈਗੇ ਆ, ਦੋਤੇ ਦੋਤੀਆਂ ਵੀ ਹੈਗੀਆਂ ਨੇ, ਕਾਰੋਬਾਰ ਸਿਰੇ ਦਾ, ਪਰ ਹਾਸਾ ਬੋਲੋ ਜੀ। ਤੁਹਾਡੇ ਵਿੱਚ ਕੋਈ ਡਾਕਟਰ ਲੈਣ ਦਾ ਵੀਰ ਬੈਠਾ ਹੋਵੇ, ਮੈਡੀਕਲ ਲੈਣ ਦਾ, ਪਤਾ ਹੈ ਕਿ ਤੁਸੀਂ ਜਦੋਂ ਖੁਰਾਕ ਖਾਂਦੇ ਹੋ, ਜੇ ਤੁਹਾਨੂੰ ਹਾਸਾ ਆਉਂਦਾ ਤਾਂ ਤੁਹਾਡੀ ਖੁਰਾਕ ਅੰਮ੍ਰਿਤ ਬਣ ਜਾਂਦੀ ਹੈ। ਤੁਹਾਡੀ ਖੁਰਾਕ ਅੰਮ੍ਰਿਤ ਬਣ ਜਾਂਦੀ। ਹਾਸਾ ਤੁਹਾਡੀ ਜ਼ਿੰਦਗੀ ਦੀ ਜਾਇਦਾਦ ਹੈ। ਪਰ ਹਾਸਾ ਰਿਹਾ ਕਿੱਥੇ ਅੱਜ? ਐ ਮੱਥੇ 'ਤੇ ਤਿਊੜੀਆਂ ਪਈਆਂ ਵੀ ਤੂੰ ਦੱਸ ਕਰੇਲੇ ਦਾ ਜੂਸ ਪੀ ਕੇ ਆਇਆ ਬਈ, ਤੂੰ ਖੁਸ਼ ਹੋ, ਹੱਸ ਹੋ, ਇੰਨਾ ਸੋਹਣਾ ਤੇਰਾ ਪਰਿਵਾਰ ਹੈ। ਤਨ ਧਨ ਸੰਪੈ ਸੁਖ ਦਿਓ, ਅਰਜੇ ਨੀਕੇ ਧਾਮ, ਕਹੋ ਨਾਨਕ ਸੁਣ ਰੇ ਮਨਾ, ਸਿਮਰਤ ਕਾਹੇ ਨਾ ਰਾਮ। ਘਰ ਤੇਰਾ ਕਮਾਲ ਦਾ, ਪੁੱਤਰ ਧੀਆਂ ਤੇਰੇ ਕਮਾਲ ਦੇ, ਨੂੰਹਾਂ ਤੇਰੀਆਂ ਸਾਰੀਆਂ ਤੇਰੀ ਸੇਵਾ ਕਰਨ ਵਾਲੀਆਂ, ਸਾਰਾ ਬਾਗ ਪਰਿਵਾਰ ਤੇਰਾ ਕਮਾਲ ਦਾ, 4 ਛਿੱਲੜ ਤੇਰੇ ਕੋਲ, ਅਜੇ ਵੀ ਤੇਰੇ ਚਿਹਰੇ ਤੋਂ ਉਦਾਸੀ ਕਿਉਂ ਹੈ ਬਈ? ਨਾਨਕ ਭਗਤਾਂ ਸਦਾ ਵਿਗਾਸ, ਸਦਾ ਖੇੜਾ ਜ਼ਿੰਦਗੀ ਦਾ ਸਰਮਾਇਆ ਹੈ। ਮਾਥੇ ਤਿਲਕ ਹੱਥ ਮਾਲਾ ਬਾਨਾ, ਲੋਗਨ ਰਾਮ ਖਿਲਾਉਣਾ ਜਾਨਾ। ਕਹਿੰਦੇ ਜੋ ਹੋਂ ਬੌਰਾ, ਹੇ ਰੱਬ ਜੀ ਮੈਨੂੰ ਲੋਕ ਪਾਗਲ ਲਾਉਂਦੇ ਆ। ਲੋਗ ਮਰਮ ਕਿਆ ਜਾਣੇ ਮੋਰਾ, ਤੋਰੋ ਨਾ ਪਾਤੀ। ਪਤਾ ਪਾਗਲ ਕਿਉਂ ਆਉਂਦੇ ਆ? ਮੈਂ ਫੁੱਲ ਨਹੀਂ ਤੋੜਦਾ, ਮੈਂ ਪੱਤੇ ਨਹੀਂ ਤੋੜਦਾ ਕਿਸੇ ਮੂਰਤੀ ਦੀ ਪੂਜਾ ਕਰਨ ਵਾਸਤੇ। ਤੋਰੋ ਨਾ ਪਾਤੀ ਪੂਜੋ ਨਾ ਦੇਵਾ, ਮੈਂ ਕਿਸੇ ਦੇਵੀ ਦੇਵਤੇ ਦੀ ਪੂਜਾ ਨਹੀਂ ਕਰਦਾ, ਕਿਉਂਕਿ ਮੈਨੂੰ ਸਮਝ ਆ ਗਈ ਹੈ ਰਾਮ ਭਗਤ ਬਿਨ ਨੇਫਲ ਸੇਵਾ। ਹੇ ਰੱਬ ਜੀ ਤੁਹਾਡੀ ਭਗਤੀ ਤੋਂ ਬਿਨਾਂ, ਰਾਮ ਰੱਬ ਪਰਮੇਸ਼ਰ ਵਿਆਪਕ ਜਿਹੜਾ, ਭਗਤ ਦਾ ਅਰਥ ਕੀ ਹੈ? ਵਿਣ ਗੁਣ ਕੀਤੇ ਭਗਤ ਨਾ ਹੋਏ। ਰਾਮ ਭਗਤ ਬਿਨ, ਰੱਬੀ ਗੁਣਾਂ ਨੂੰ ਜ਼ਿੰਦਗੀ 'ਚ ਜਿਉਣ ਤੋਂ ਬਿਨਾਂ ਬਾਕੀ ਸਭ ਪਖੰਡ ਹੈ। ਨੇਫਲ ਸੇਵਾ, ਸਤਿਗੁਰ ਪੂਜੋ ਸਦਾ ਸਦਾ ਮਨਾਵੋ। ਮੈਂ ਆਪਣੇ ਸਤਿਗੁਰ ਨੂੰ ਸਦਾ ਪੂਜਦਾ ਹਾਂ, ਮੈਂ ਆਪਣੇ ਸਤਿਗੁਰ ਨੂੰ ਸਦਾ ਸਤਿਗੁਰ ਪੂਜੋ ਸਦਾ ਸਦਾ ਮਨਾਵੋ। ਤਵੱਜੋ ਦੇ ਕੇ ਸੁਣਿਓ, ਆਪਾਂ ਵਿਆਹ ਸ਼ਾਦੀ ਕਰਦੇ ਹਾਂ ਆਪਣੇ ਪੁੱਤਰਾਂ ਧੀਆਂ ਦੇ, ਸਾਨੂੰ ਜ਼ਿਆਦਾ ਟੈਨਸ਼ਨ ਕਿਹਦੀ ਹੁੰਦੀ ਭਲਾ? ਕਈ ਨਸ਼ਾ ਨਹੀਂ ਪੀਂਦੇ, ਪਰ ਨਸ਼ਾ ਪੁੱਤਰਾਂ ਦੇ ਆਨੰਦ ਕਾਰਜਾਂ 'ਤੇ ਪਿਆਉਂਦੇ ਨੇ। ਕਿਉਂ ਪਿਆਉਂਦੇ ਨੇ ਜੀ ਭਲਾ? ਕਹਿੰਦੇ ਮਾਮੇ ਗੁੱਸੇ ਹੋ ਜਾਣਾ, ਹਾਂਜੀ ਤਾਏ ਨੇ ਨਾਰਾਜ਼ ਹੋ ਜਾਣਾ, ਸਾਡੇ ਭਾਈਏ ਨੇ ਵਿਆਹ ਆਉਣਾ ਹੀ ਨਹੀਂ। ਇਹਦਾ ਮਤਲਬ ਸਾਨੂੰ ਆਪਣੇ ਰਿਸ਼ਤੇਦਾਰਾਂ ਨੂੰ ਖੁਸ਼ ਕਰਨ ਦੀ ਪਈ ਹੈ ਨਾ। ਗੁਰੂ ਵੱਲ ਤੇ ਕਿਸੇ ਨੇ ਵੇਖਿਆ ਨੇ ਵੀ ਗੁਰੂ ਤਾਂ ਨਹੀਂ ਨਾਰਾਜ਼ ਹੋਏਗਾ ਸਾਡੀ ਇਸ ਗੱਲ 'ਤੇ। ਕਿਉਂ ਸਾਧ ਸੰਗਤ ਜੀ? ਕਦੀ ਮਨ 'ਚ ਖਿਆਲ ਆਇਆ ਵੀ ਜੇ ਗੁਰੂ ਸਾਹਿਬ ਹੀ ਖੁਸ਼ ਨਾ ਹੋਏ ਤੇ ਮੈਂ ਰਿਸ਼ਤੇਦਾਰ ਹੀ ਖੁਸ਼ ਕਰਦਾ ਰਿਹਾ, ਇਹ ਕਹਾਣੀ ਕੀ ਬਣੀ? ਇੱਥੇ ਸ਼ਬਦ ਹੈ ਸਤਿਗੁਰ ਪੂਜੋ ਸਦਾ ਸਦਾ, ਸਾਰੇ ਬੋਲੋ ਸਤਿਗੁਰ ਪੂਜੋ ਸਦਾ ਸਦਾ ਮਨਾਵੋ। ਮਨਾਉਣਾ ਤੇ ਆਪਣਾ ਸਤਿਗੁਰ ਸੀ, ਤੇ ਮੈਂ ਕੀ ਕਰ ਰਿਹਾ? ਸਾਡੇ ਪਤਾ ਕਿਹਨੂੰ ਮਨਾਉਂਦੇ ਆ? ਤੂੰ ਕੀ ਲੈਣ ਚੱਲਿਆ? ਕਹਿੰਦਾ ਮੈਂ ਮੱਸਿਆ ਮਨਾਉਣ ਚੱਲਿਆ, ਮੈਂ ਸੰਗਰਾਂਦ ਮਨਾਉਣ ਚੱਲਿਆ। ਦੱਸੋ ਰੁੱਸੀ ਹੈ ਜਿਹਨੂੰ ਮਨਾਉਣ ਜਾਣਾ? ਮਨਾਉਣਾ ਕਿਹਨੂੰ ਸੀ? ਆਪਣੇ ਸ਼ਬਦ ਨੂੰ। ਪੁਸਰੀਆਂ ਪਕਾਈਆਂ ਪਾਈਆਂ ਥਾਲੇ ਮਾਹੇ, ਜਿਨੀ ਗੁਰੂ ਮਨਾਇਆ ਰਜ ਰਜ ਸੇਈ ਖਾਹੇ। ਗੁਰੂ ਮੰਨਦੇ ਨਾ, ਹੱਥ ਦੇ ਉੱਤੇ ਰੋਟੀ ਵੀ ਸੈਂਕੜੇ ਮਹਿੰਗੀਆਂ ਥਾਲੀਆਂ ਪਲੇਟਾਂ ਨਾਲੋਂ ਜ਼ਿਆਦਾ ਸਵਾਦ ਦਿੰਦੀ ਹੈ। ਅਤੇ ਜੇ ਗੁਰੂ ਨਾ ਮੰਨਿਆ ਹੋਵੇ, ਤਰ੍ਹਾਂ ਤਰ੍ਹਾਂ ਦੇ ਰਾਇਤੇ ਘਰਾਂ 'ਚ ਬਣੇ ਹੋਣ, ਤਰ੍ਹਾਂ ਤਰ੍ਹਾਂ ਦੀਆਂ ਸਬਜ਼ੀਆਂ ਬਣੀਆਂ ਹੋਣ, ਉਹ ਵੀ ਜ਼ਹਿਰ ਬਣ ਜਾਂਦੀਆਂ ਨੇ ਬੰਦੇ ਵਾਸਤੇ, ਜੇ ਗੁਰੂ ਨਾ ਮੰਨੇ ਤਾਂ। ਗੁਰੂ ਮਨਾਓ। ਜਿਨ੍ਹਾਂ ਨੇ ਗੁਰੂ ਮਨਾ ਕੇ ਕਾਰਜ ਕੀਤੇ, ਰਿਸ਼ਤੇਦਾਰ ਸਮਾਂ ਪਾ ਕੇ ਆਪਣੇ ਆਪ ਮੰਨ ਜਾਂਦੇ ਆ। ਤਜਰਬਾ ਕਰਕੇ ਵੇਖਿਓ ਕਦੇ। ਇੱਕ ਵਾਰੀ ਸਟੈਂਡ ਲੈ ਲਓ, ਮੈਂ ਆਪਣੀ ਧੀ ਦਾ ਆਨੰਦ ਕਾਰਜ ਕਰਨਾ, ਨਾ ਨਸ਼ਾ ਪੀਣਾ ਤੇ ਨਾ ਨਸ਼ਾ। ਅੱਛਾ ਇੱਕ ਅੱਧਾ ਗੁੱਸੇ ਹੋਊਗਾ ਵੀ ਬਾਅਦ 'ਚ ਤਾਰੀਫ ਕਰਨਗੇ। ਰਿਸ਼ਤੇਦਾਰ ਭਾਈ ਸਾਡਾ ਉਹ ਅਸੂਲਾਂ ਦਾ ਪੱਕਾ, ਉਹਨੇ ਸਾਡੀ ਪਰਵਾਹ ਨਹੀਂ ਕੀਤੀ, ਉਹਨੇ ਸਿੱਧਾ ਕਿਹਾ ਸੀ ਆਉਣਾ ਆਓ, ਅੱਗੇ ਬੋਲੋ ਜੀ। ਪਰ ਮੰਨਣਾ ਪੈਣਾ ਜੀ, ਅਸੂਲਾਂ ਦਾ ਪੱਕਾ ਸੀ। ਤਾਰੀਫ ਕੀਤੀ ਨਾ ਤੁਹਾਡੀ। ਅੱਛਾ ਜੇ ਉਹ ਅੜ ਗਏ ਵੀ ਪਿਆਓਗੇ ਪਿਆਵਾਂਗੇ, ਨਹੀਂ ਤੇ ਨਹੀਂ ਆਉਣਾ, ਤੁਸੀਂ ਪਿਆਤੀ, ਬਾਅਦ 'ਚ ਪਤਾ ਕਹਿਣਾ ਵੱਡਾ ਸਿੱਖ ਬਣਿਆ ਫਿਰਦਾ। ਮੰਨਿਆ ਕਿ ਨਾ ਸਾਡਾ? ਅਸੀਂ ਈਨ ਮਨਾਈ ਕਿ ਨਾ ਮਨਾਈ? ਅੱਛਾ ਜਿਹੜੇ ਮੂੰਹ ਨਾਲ ਪਹਿਲਾਂ ਤੁਹਾਨੂੰ ਕਿਹਾ, ਉਸੇ ਮੂੰਹ ਨਾਲ ਮੁੜ ਕੇ ਰਿਸ਼ਤੇਦਾਰਾਂ ਕੋਲ ਜਾ ਕੇ ਗੱਲਾਂ ਵੀ ਕਰਨੀਆਂ। ਜ਼ਿੰਦਗੀ ਵਿੱਚ ਇੱਕ ਅਸੂਲ ਪਾਲ ਲਓ, ਤੁਸੀਂ ਚੰਗੇ ਰਸਤੇ ਤੁਰੇ ਜਾਓ, ਤੁਰੇ ਜਾਓ। ਵਿਰੋਧੀ ਵੀ ਸਮਾਂ ਪਾ ਕੇ ਤੁਹਾਡੀ ਉਸ ਅਸੂਲਾਂ ਦੇ ਉੱਤੇ ਤੁਰਨ ਵਾਲੀ ਵਡਿਆਈ ਕਰੇਗਾ, ਤਾਰੀਫ ਕਰੇਗਾ ਕਿ ਬੰਦਾ ਅਸੂਲਾਂ ਦੇ ਉੱਤੇ ਪੱਕਾ ਰਿਹਾ। ਸਤਿਗੁਰ ਪੂਜੋ
सदा सदा मनावो ऐसी सेव दरगाह सुख पावो। ये 1158 नंबर अंक है जी गुरु ग्रंथ साहब का। प्रोफैसर साहब सिंह जी ने इस शब्द के जो अर्थ किए ना बाकमाल। ये एक नाल बंद दिता नोट दिता दरगाह का। दरगाह आम साढ़े समाज की आते हैं, आम साढ़े समाज ये सोच आती ना भी जो मैं मर गया तो मेरे दरगाह च मुख उजड़ा होगा। साढ़े समाज का दरगाह अगे है किते जो इतों मैं मर गया मेरा संस्कार हो गया तो मैं अगे दरगाह च मुख उजला लैके जाना। साढ़े समाज यही है ना क्यों साध संगत जी जी सानू गुरद्वारियां प्रचार क्या किया जाता भी भाई तेरा दरगे मुख जिनी नाम ते आया गए मुशक्कत काल नानक ते मुख उजड़े केती भी तू दरगाह तेरा मुख उजड़ा होगा। मैं अंक दस रहा जाके पढ़ियो खुद एक बार 1158 अंक है। प्रोफैसर साहब सिंह का जिन्हों के घर दर्पण है उन्होंने इस दरगाह के नाल एक नोट दिता इदा। दरगाह का अर्थ है वो अवस्था जदों तेरी सुरत गुरु के शब्द नाल जुड़ती है। वो अवस्था नूं उस टिका नूं दरगाह आखिया। यानी कि जो जिदन तेरे दिमाग च आया तू उत्थे खलोता है, तेनों पर्स लभा तू सब्जी लैन गया घरों तेनों मंडी चों किसी का पर्स डिग्गा लभ गया उस आधार कार्ड सी उस लाइसेंस सी उस पैन कार्ड सी उस 8-10 हज़ार रुपया सी तू लभ लिया ना। तू सब्जी नहीं खरीदी तू नाल ही उस लैके बैग उहदा पर्स लैके जिहदे घर सी उत्थे देण गया वो देन गया। तेनों सफ़र तय करना पाया 4-5 किलोमीटर का। पता लग गया भी किहड़ी कलोनी च बंदा रहिंदा दे के आया। हुण जदों तू घर नूं आएगा ना जिहड़ा तेनों उस वक्त आनंद प्राप्त होना है ना उस आनंद नूं शब्दां नाल बयान नहीं किया जा सकता। तेनों पहली बार महसूस होना यार मनुखा जन्म तो बड़ी देर का लिया अज पहली बार इंसानां वाला काम किया। इंसान नूं इदां काम करना चाहिए। किदां काम करना चाहिए जी? इंसान का मुढ़ला फर्ज ये है कि जिहड़ी चीज़ मेरी नहीं मैं क्यों चक रहा बई जो मेरा पर्स है ही नहीं मैनू चक्कां क्यों। विदेशों च कई साडे टैक्सी चलाने वाले वीरां दीयां गड्डियां च गोरियां दा कैश रह गया डॉलरां दा। घर लिया के गराज च गड्डी लाती देन गए वापस उन्होंने आश कर उठिया गोरा तो गोरा इनाम देन लगा तो अगे सरदार साहब ने आख्या जी इनाम तो तां लवां जे मैं वखरा काम किया ये तो इंसानियत का फर्ज है। तो उतों दियां अखबारां च फोटोआं छपियां कि इंसान इदां दे होने चाहिए ने करैक्टर है किरदार है। जदों तुसीं चंगा काम करते हो तुहानूं एक अंदरों सुकून प्राप्त होंदा है। तो जे बंदा ठगी मार के लै आउंदा पर्स चुक के घर लै आउंदा बोल के दस्सिओ जी उत्थे पेट्रोल पंप ते तेल पाया उत्थे करियाने वाले तो समान लिया मान लो किते रश पिया होवे कई वारी अपने को अगले को तेल दे पैसे लैण दा चेता भुल गया जां करियाने वाले ने 2-3 आइटमां दे रेट नहीं विच लाया तो बंदा घर नहीं आ जांदा ते घर आण के लैण आउंदा अज मैं गड्डी च तेल पवाया 3000 दा उहनूं पैसा लैण दा। अच्छा किन्ने क दिन गड्डी चलू जी 3000 दे तेल ना भला। निआणिਆਂ दिमाग च एक जहर पाता ना कि साडे पापा जी नूं ठगी मारन दी उच्ची बोलो भाई आदत है। उन्होंने दे लागे जिन्ने मर्जी पाठ करी जाओ जिन्ने मर्जी कही जाओ नानक नाम चढ़दी कला तेरे भाणे सरबत दा भला। चाहिदा ये सी वापस जाओ उहदी गड्डी च जिन्ना तुसीं तेल पाया उन्होंने उन्ना कैश दे के आओ। पहली गल तो बंदा छेती कीतियां ते इदां करदा नहीं पर कोशिश करो एक भी बेईमानी का पैसा अपने घर की दहलीज ना लंघण दिओ। फिर भावें अचार नाल भी रोटी खाओ स्वाद बड़ा कमाल दा आएगा सुकून बड़ा आएगा नींद बड़ी वधिया आएगी फिर टका जिंदगी च वखरा होएगा। इहो गल आखी है ऐसी सेव दरगाह सुख पावों लोग कहे कबीर बौराना। लोग आंदे कबीर बौरा वा पर कबीर का मर्म राम पहचाना। कबीर का मर्म तो राम ही जानता लोगों को इस गल का की पता है। लोग कहे कबीर बौराना कबीर का मर्म राम पहचाना। हुण मान लो जो टैक्सी वाला 10-15 हज़ार डॉलर वापस करन गया होगा जो उन्हें किसी दूजे नूं दस्सिया हो कि अज मैं दे के आया वो की आंदे होणगे तू पागल है यार। लोग तो हाथ आई चीज़ वापस नहीं करते। मैनूं अज भी याद है बंगला साहब गुरुद्वारे की गल है 2009-10 की गल है। एक बजुर्ग उत्थे रोज़ कथा सुनन आउंदे सी अपना परिवार नाल लैके USA के रहने वाले सन। उन्हां दी वाइफ उन्हां दा भरा एक उन्हां दे नाल होर जी सी वो USA के रहने वाले सी 7 स्टार होटल दे विच दिल्ली ठहरे हुए सी।
डेली उन्होंने गुरुद्वारा बंगला साहब होना। एक दिन मैनू कहते जी तुसीं साडे नाल नाश्ता करोगे। मैनू मेरे वास्ते वो अनजान सी, मैनू नहीं सी पता। मैं गुरुद्वारा साहब के मैनेजर बंगला साहब गया उन्होंने, मैं कहा जी ये एक परिवार है, मैनू मिलना चाहता, आप मिल सकते हैं? कहते मैं भी नाल चलदा, आप मिल लेंगे। जो मिले उन्होंने अपनी सारी गल दसी कि मैं कित्थों आया। कहते जी आ 7 स्टार होटल का खर्चा मैनू USA की कंपनी हर साल टूर फ्री है मेरा। तो जी उन्होंने स्टोरी दसी अपनी जिंदगी की, वो बाकमाल सी। कहते बेटा काफ़ी वड्डी उम्र दे सी, मेरे ख्याल च उन्होंने उम्र उस वक्त 10 की गल दस रहे 77 साल की सी। कहते बेटा मैं अमेरिका की एक बहुत वड्डी कंपनी जॉब करता सी। कहता मेरे को गोरा आया, मैनू कहता जी मिस्टर सिंह जिस कंपनी में जॉब करता सी कि तुसीं सिर्फ सिग्नेचर करने ने 3, जिहड़ी कंट्री च कहोगे किन्ने डॉलर चाहते हो, किन्ने पैसे चाहते हो, उन्हें तुहानूं असीं देवांगे। एक बेईमानी करनी सी गोरियां दी उस फर्म नाल, ते मेरे सिर्फ 3 सिग्नेचर होने सी। अंदाजा लाओ उसको अहुदा किड्डा होएगा। कहना मैं कहा जी उन्होंने जो मैनू गल कही, मैं कहा जी मैनू सोचण दा 2 वक्त टाइम दिओ। वो बाहर चले गए। कहते मेरे रूम दे विच गुरु ग्रंथ साहिब दियां, जिथे मेरा ऑफिस सी, गुरु ग्रंथ साहिब दियां पंक्तियां दा एक तस्वीर लगी हुई सी। मैं अपने ऑफिस विच लाई। कहता इदां मैं खड़ा होया तो बाणी दियां तुकां वाले दा हाथ जोड़ के शब्द पढ़िया। उधरों गोरे नूं मैं अंदर बुलाया। कहता वो मैनू पुछया भी तुसीं ये की कर रहे सी? कहता मैं अपने गॉड अगे, अपने परमात्मा अगे अरदास कर रहा सी कि तुसीं अपने पुत्र नूं विकण तो बचा लिया है, मैं ये काम नहीं करांगा। कहता गोरा चला गया। दूजे दिन वो अपने नाल दे गोरे लैके आया। कहता वास्तव असी इसे कंपनी दे सी, असी तेरा इम्तिहान लै रहे सी कि भला तू विकदा तो नहीं। कहता मेरी अखां 'च पानी आ गया कि मेरे बापू ने अज मेरा बड़ा वड्डा इम्तिहान चों मैनू पास किया। जिंदगी च कई वार तुहाडे इम्तिहान होणगे, डोल गए, लीहों लै गए, कामयाब हो गए, बच गए, फिर सिखर ते पहुँचोगे। कहता पुत्रा 7 स्टार हुण वो मैनूं जो नाल लै गए, कार च असीं बैठे तो बंगला साहब तो कड़ाह प्रशादी देग लई। हुण 7 स्टार होटल का जिन्ना स्टाफ सी वो सरदार नूं उडीक रहा सी, क्योंकि देग लैके जांदा सी रोज़ उन्हां लई। तो आंदा मैनूं सारे स्टाफ कहंदा इन्हां होटलों च लोग ऐश प्रस्ती करन आण के रहिंदे ने, असीं पहला सरदार वेखिया जिहड़ा आण के इत्थे 1 महीना रह के रोज़ बंगला साहब जांदा है। कहंदा मैं शुकराना करन जाना कि मैनूं मेरे बापू ने विकण तो ते डिग्गण तो बचा लिया। जिंदगी विच तुहाडे कई बार इम्तिहान होए, 2 रिश्ते इकट्ठे आउणगे तुहाडे पुत्तर नूं, एक कार देवेगा, एक कुछ नहीं देणगे। मंगनी उत्थे होई सी जिथे कुछ नहीं सी मिलना, उत्थे तुसीं जे डोल गए, कार ते डुल गए। शायद जिंदगी तुसीं वो फैसला हुंदा जिहड़ा तुसीं किस वक्त करना है। कदी अपने आप नूं डोलण ना दिओ, पर यह तां ही होएगा जे साडे कोल गुरु दे दिते संस्कार होणगे। तू मेरो मेर पर्वत स्वामी, ओट गही मैं तेरी, ना तुम डोलो ना हम गिरते, रख लीनी हर मेरी अब तब जब कब, तू ही हम तो प्रसाद सुखी सद ही। रोज़ अरदास करया करो, दाता मैनू डोलण तो बचाई, मैनू डिगण तो बचाई, क्योंकि जे मैं डोल गया भी याद रखियो इंजन पटड़ी ते होवे ते डब्बियां नूं हज़ारां किलोमीटर धू के लै जांदा है। जो पटड़ी तो लै जाए ना, जिहड़ा डब्बा पटड़ी तो लै जाए तो फिर वो भला गांह तुर सकदा जी। बस इदां जिंदगी है, पटड़ी ते तुरेगी, मंजिल ते पहुँच जाओगे, पटड़ी तो रहेगी, 1 इंच भी अगे नहीं तुरया जाना। बस इहो सानू गुरु साहब ने संस्कार दिते ने। चंगी सोच, चंगी विचार, चंगे ख्याल, जो मंदिर को थामे थम्मण, त्यों गुरु का शब्द मने स्तंभन। सारिਆਂ ਦਾ ਧੰਨਵਾਦ। ਇਹ पावन शब्द जिस दी ਆਪਾਂ विचार ਸਾਂਝੀ ਕੀਤੀ है, माथे तिलक हाथ माला बाना, लोगन राम खिलौना जाना, जाओ हों बौरा तो राम तोरा, लोग मर्म क्या जाने मोरा, तोरो ना पाती। मैं पत्ते नहीं तोड़दा, पखंड नहीं करदा, पूजो ना देवा, राम भगत बिन नेफल सेवा, सतगुर पूजो सदा सदा मनावो, ऐसी सेव दरगाह सुख पावो। लोक है कबीर बौराना, पर कबीर का मर्म राम पहचाना। सारे पढ़ो एक बार जी। पूल मार्ग जिन्हें बताया, पूल मार्ग जिन्हें बताया,
ऐसा गुर वड भागी पाया, ऐसा गुर वड भागी पाया। सिमर मना राम नाम चितारे, सिमर मना राम नाम चितारे। बस रह हृदय गुर चरण प्यारे, बस रह हृदय गुर चरण प्यारे। फूल मार्ग जिन्हें बताया, फूल मार्ग जिन्हें बताया। ऐसा गुर वड भागी पाया, ऐसा गुर वड भागी पाया। कोटान कोट शुकराना है अकाल पुरख वाहिगुरू जी का। उद्यम करो करावो ठाकर दे महावाक अनुसार सतगुर की गोद विच बैठ के अज दे इस गुरमत समागम की आपां सारिਆਂ ने हाज़री भरी है। अखीर ते बेनती है सहज पाठ आप करो, भावें एक अंक अद्धा अंक रोज़ पढ़ो, बाणी आप पढ़न की कोशिश करो। जिन्होंने पंजाबी पढ़नी आउंदी है शुरुआत करो अपनी जिंदगी विच कि गुरु ग्रंथ साहिब की बाणी पढ़ो, समझो, सहज पाठ करो तो गुरु के उपदेश को समझ के अपनी जिंदगी में लागू करिए। नशियां का त्याग करके सोहने समाज को सिरजण विच अपना बनदा योगदान पाइए। इत्थों की समुची प्रबंधक कमेटी, समुचियां संगतां का, इत्थों के सत्कारयोग भाई साहब, ग्रंथी साहबान, रागी सिंह, सारे सेवादारां का तह दिलों धन्नवाद। पहली बार तुहाडे इस इलाके आउण का मौका मिले, बड़े टिका नाल बैठ के तुसीं अज दे दीवान च हाज़री भरी है। भुल्लां मेरियां ने, जे कोई विचार करदिआं हो गई है तो जे कोई बचन चंगा लगा तो गुरु का जान के हिरदे च वसाउण का यतन करियो। सारी संगत बड़े अदब नाल फतेह प्रवान करो तो गज के आखो साध संगत जी वाहिगुरू जी का खालसा वाहिगुरू जी की फतेह।